ਗੁਰ ਅਮਰਦਾਸ ਹਿਰਦੈ ਨਿਤ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ, ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ, ਸ਼੍ਰੀ ਹਰਿ ਰਾਏ ਨਮੋ ਕਰ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ, ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ, ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਦੜੀ ਛੰਦ ਗੁਰ ਚਰਨ ਬੰਦ ਕਰ ਬੈਸਿਆਨ। ਉਰ ਕੀ ਨਿਸ਼ਰਦਾ ਨੈ ਡੁਲਾਨ। ਨਿਸ ਗਇਓ ਤਾਮ ਪੁਨ ਭਈ ਪੌਰ। ਚਲ ਆਏ ਦੇਖਿਓ ਖੇਤ ਔਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ 'ਚ ਜੁੜ ਕੇ ਲੜੀਵਾਰ ਕਥਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਜੀਵਾਂ ਨੂੰ ਤਾਰਦਿਆਂ ਮਾਤ ਲੋਕ ਦੀ ਧਰਤੀ ਦਾ ਭਰਵਣ ਕਰਦਿਆਂ ਇੱਕ ਦੇਸ਼ ਵਿੱਚ ਆਏ ਨੇ, ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ ਦੇਸ਼। ਇਸ ਮੁਨਾਫਿਕ ਦੇਸ਼ ਵਿੱਚ ਰਹਿਣ ਵਾਲੇ ਲੋਕ ਰੱਬ ਦੀ ਹੋਂਦ ਬਾਰੇ ਨਹੀਂ ਜਾਣਦੇ, ਨਾਸਤਕ ਲੋਕ ਨੇ। ਨਾਸਤਕ ਦਾ ਮਤਲਬ ਹੁੰਦਾ ਵੀ ਜਾਣਦੇ ਹੀ ਨਹੀਂ ਸੀ ਰੱਬ ਨੂੰ। ਇੱਕ ਤਾਂ ਹੁੰਦੇ ਆ ਵੀ ਜਿਨ੍ਹਾਂ ਨੇ ਸੁਣਿਆ ਰੱਬ ਬਾਰੇ ਪਰ ਉਹ ਰੱਬ ਨੂੰ ਮੰਨਦੇ ਨਹੀਂ, ਉਹ ਨਾਸਤਕ ਹੁੰਦੇ ਆ।
ਇਹਨਾਂ ਨੇ ਤਾਂ ਜਾਣਿਆ ਹੀ ਨਹੀਂ ਸੀ ਵੀ ਪਰਮੇਸ਼ਰ ਦਾ ਕਰਤਾਰ ਦਾ ਨਾਂ ਹੀ ਨਹੀਂ ਸੀ ਜਾਣਿਆ। ਜਦੋਂ ਕਿਤੇ ਮੀਂਹ ਦੀ ਲੋੜ ਪੈਂਦੀ ਸੀ ਨਗਰ ਦੇ ਰਾਜੇ ਨੂੰ ਜਾ ਕੇ ਕਹਿੰਦੇ ਸਨ। ਰਾਜੇ ਨੇ ਕੋਈ ਇੰਦਰ ਦਾ ਮੰਤਰ ਸਿੱਧ ਕੀਤਾ ਹੋਇਆ, ਉਹਨੇ ਉਹ ਪੜ੍ਹਨਾ ਤੇ ਕਹਿਣਾ ਮੀਂਹ ਪੈ ਜੇ ਤੇ ਮੀਂਹ ਪੈ ਜਾਂਦਾ ਸੀ। ਬਸ ਇੰਨਾ ਕੀ ਜਾਣਦੇ ਸੀ ਵੀ ਸਾਡਾ ਰਾਜਾ ਹੀ ਜਿਹੜਾ ਹੈ ਉਹੀ ਰੱਬ ਹੈ। ਸਤਿਗੁਰੂ ਜੀ ਆਏ, ਖੇਤ ਵਿੱਚ ਡੇਰਾ ਕੀਤਾ, ਮੀਂਹ ਨਹੀਂ ਪਿਆ ਕਈ ਦਿਨ। ਰਾਜੇ ਕੋਲ ਜਾ ਜਾ ਕੇ ਫਰਿਆਦਾਂ ਕੀਤੀਆਂ, ਰਾਜਾ ਵੀ ਹਾਰ ਗਿਆ। ਇੱਕ ਜ਼ਿਮੀਂਦਾਰ ਸਤਿਗੁਰੂ ਜੀ ਦੇ ਪਾਸ ਮਹਾਰਾਜ ਜੀ ਜਿਹੜੇ ਖੇਤ 'ਚ ਬੈਠੇ ਸੀ, ਉਸੇ ਖੇਤ ਦਾ ਮਾਲਕ ਦੁਖੀ ਹੋਇਆ ਬੈਠਾ। ਮਹਾਰਾਜ ਜੀ ਕਹਿੰਦੇ ਕਿਉਂ ਦੁਖੀ ਹੈ? ਕਹਿੰਦਾ ਜੀ ਮੀਂਹ ਨਹੀਂ ਪਿਆ ਪੈਂਦਾ। ਮਹਾਰਾਜ ਕਹਿੰਦੇ ਪਹਿਲਾਂ ਕਿਵੇਂ ਪੈਂਦਾ ਸੀ? ਕਹਿੰਦੇ ਰਾਜਾ ਪਵਾਉਂਦਾ ਸੀ, ਹੁਣ ਤਾਂ ਉਹਦੇ ਕਹਿਣ ਤੇ ਵੀ ਨਹੀਂ ਪੈਂਦਾ। ਮਹਾਰਾਜ ਜੀ ਕਹਿੰਦੇ ਰਾਜਾ ਨਹੀਂ ਸੀ ਪਵਾਉਂਦਾ ਮੀਂਹ, ਕਰਤਾਰ ਪਾਉਂਦਾ ਸੀ। ਕਰਤਾਰ ਦਾ ਸਿਮਰਨ ਕਰੋ, ਉਹ ਮੀਂਹ ਪਾਵੇਗਾ। ਕਹਿੰਦਾ ਜੀ ਕਿਹੜੇ ਨਗਰ 'ਚ ਰਹਿੰਦਾ? ਉਹਨੂੰ ਜਾ ਕੇ ਮਿਲ ਆਉਂਦੇ ਆ, ਅਸੀਂ ਤਾਂ ਸੁਣਿਆ ਹੀ ਨਹੀਂ ਕਦੇ ਉਹਦੇ ਬਾਰੇ। ਮਹਾਰਾਜ ਜੀ ਕਹਿੰਦੇ ਉਹ ਤਾਂ ਸਰਬ ਘਟਾਂ ਵਿੱਚ ਰਹਿੰਦਾ। ਕਹਿੰਦਾ ਜੇ ਦਿਸਦਾ ਹੀ ਨਹੀਂ ਤੇ ਫਿਰ ਉਹਦੇ ਕੋਲੋਂ ਮੰਗਾਂਗੇ ਕਿਵੇਂ? ਮਹਾਰਾਜ ਜੀ ਕਹਿੰਦੇ ਇੱਦਾਂ ਕਰ ਵੀ ਜਾ ਘਰ ਜਾ ਕੇ ਹਲ ਤੇ ਬੀਜ ਲਿਆ, ਇਸ ਖੇਤ ਵਿੱਚ ਹਲ ਵਾਹ ਤੇ ਬੀਜ ਬੀਜ ਦੇ। ਕਹਿੰਦਾ ਜੀ ਸੁੱਕੀ ਜ਼ਮੀਨ ਵਿੱਚ ਬੀਜ ਕਿਵੇਂ ਉੱਗੇਗਾ? ਮਹਾਰਾਜ ਜੀ ਕਹਿੰਦੇ ਕਰਤਾਰ ਪੈਦਾ ਕਰੇਗਾ, ਤੁਹਾਨੂੰ ਕਰਤਾਰ ਦੀ ਹੋਂਦ ਦੱਸਣੀ ਹੈ। ਇਹ ਘਰ ਗਿਆ ਤੇ ਜਦੋਂ ਨਾਲ ਦੇ ਸਾਥੀਆਂ ਨਾਲ ਗੱਲ ਕੀਤੀ, ਉਹਨਾਂ ਮਖੌਲ ਕੀਤਾ, ਇਹ ਕਿਵੇਂ ਹੋ ਸਕਦਾ ਹੈ ਵੀ ਸੁੱਕੀ ਜ਼ਮੀਨ ਦੇ ਵਿੱਚ ਬੀਜ ਉੱਗੇਗਾ? ਕਿਉਂ ਮੂਰਖਤਾਈ ਕਰਦਾ ਹੈ, ਘੱਟ ਅਕਲ ਵਾਲੀ ਗੱਲ ਕਰਦਾ ਹੈ। ਇਹ ਵਾਪਸ ਆ ਗਿਆ। ਸਤਿਗੁਰਾਂ ਆਖਿਆ ਅਸੀਂ ਜਾਮਨਾ ਤੇਰੇ, ਜੇ ਬੀਜ ਨਾ ਉੱਗਿਆ ਜਿੰਨਾ ਬੀਜ ਤੇਰਾ ਲੱਗੇਗਾ ਅਸੀਂ ਦੇਵਾਂਗੇ, ਅਸੀਂ ਉਹਦੀ ਭਰਪਾਈ ਕਰਾਂਗੇ। ਇਹ ਗਿਆ, ਹਲ ਲਿਆਂਦਾ, ਬੀਜ ਲਿਆਂਦਾ, ਗੁਰੂ ਸਾਹਿਬ ਦੀ ਆਗਿਆ ਲੈ ਕੇ ਪਹਿਲਾਂ ਹਲ ਵਾਹਿਆ, ਬੀਜ ਦਾ ਛੱਟਾ ਮਾਰ ਕੇ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਬੈਠ ਗਿਆ। ਆਓ ਇੱਥੋਂ ਅੱਗੇ ਕਥਾ ਆਰੰਭ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੜੀ ਚੰਦ ਗੁਰ ਚਰਨ ਬੰਦ ਕਰ ਬੈਸਿਆਨ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕਰਕੇ ਉਹ ਜਿਹੜਾ ਜ਼ਿਮੀਂਦਾਰ ਸੀ, ਬੀਜ ਬੀਜਣ ਤੋਂ ਬਾਅਦ ਆ ਕੇ ਬੈਠ ਗਿਆ। ਉਰ ਕੀਨੀ ਸ਼ਰਧਾ ਨੈ ਡੁਲਾਨ। ਮਨ ਵਿੱਚ ਸਤਿਗੁਰਾਂ ਤੇ ਸ਼ਰਧਾ ਰੱਖੀ, ਮਨ ਡੁਲਾਇਆ ਨਹੀਂ। ਖਾਲਸਾ ਜੀ ਸ਼ਰਧਾ ਵਾਲਿਆਂ ਦੇ ਬੇੜੇ ਬੰਨੇ ਲੱਗਦੇ ਐ, ਜਿਹੜੇ ਸ਼ੰਕਾ ਕਰਕੇ ਕਿੰਤੂ ਪਰੰਤੂ ਕਰਕੇ ਆਪਣੀ ਸ਼ਰਧਾ ਖਤਮ ਕਰ ਲੈਂਦੇ ਆ, ਉਹ ਇੱਥੇ ਹੀ ਡੁੱਬ ਕੇ ਰਹਿ ਜਾਂਦੇ ਹਨ। ਸ਼ਰਧਾ ਇਹਨੇ ਮਨ 'ਚ ਕੀਤੀ ਤੇ ਮਨ ਡੁਲਾਇਆ ਨਹੀਂ, ਮਨ ਨੂੰ ਅਡੋਲ ਕਰਕੇ ਰੱਖਿਆ। ਨਿਸ ਗਇਓ ਤਾਂ ਪੁਨ ਪਈ ਪੌਰ। ਸਤਿਗੁਰਾਂ ਨੂੰ ਨਮਸਕਾਰ ਕਰਕੇ ਰਾਤ ਨੂੰ ਇਹ ਘਰ ਚਲਾ ਗਿਆ। ਸ਼ਾਮ ਦਾ ਵੇਲਾ ਸੀ, ਰਾਤ ਘਰ ਬਤੀਤ ਕੀਤੀ, ਦਿਨ ਚੜਿਆ। ਚਲ ਆਏ ਦੇਖਿਓ ਖੇਤੇ ਔਰ। ਅਗਲੇ ਦਿਨ ਸਵੇਰੇ ਜਦੋਂ ਜ਼ਮੀਨ ਵਿੱਚ ਆਇਆ, ਆਪਣੇ ਖੇਤ ਵਿੱਚ ਆ ਕੇ ਵੇਖਿਆ, ਸਬਜੀ ਸੁਲਖੀ ਤਬ ਨੌ ਬਹਾਰ। ਜਿਹੜੀ ਕਣਕ ਰਾਤ ਨੂੰ ਹਾਲੇ ਛੱਟਾ ਮਾਰ ਕੇ ਗਿਆ ਸੀ ਸੁੱਕੀ ਜ਼ਮੀਨ ਵਿੱਚ, ਗੁਰੂ ਸਾਹਿਬ ਜੀ ਦੀ ਦਇਆ ਮਾਇਆ ਨਾਲ ਸਵੇਰੇ ਜਦੋਂ ਖੇਤ ਵਿੱਚ ਆ ਕੇ ਵੇਖਿਆ ਤੇ ਹਰੇ ਰੰਗ ਦੀ ਕਣਕ ਉੱਗੀ ਹੋਈ। ਸਾਰਾ ਖੇਤ ਜਿਹਦੇ ਵਿੱਚ ਕਿਤੇ ਪਹਿਲਾਂ, ਕਿਉਂਕਿ ਸੁੱਕੀ ਜ਼ਮੀਨ ਵਿੱਚ ਬੀਜ ਥੋੜੀ ਉਗਦਾ, ਫਿਰ ਕਈ ਦਿਨਾਂ ਤੋਂ ਓੜ ਲੱਗੀ ਹੋਈ। ਗੁਰੂ ਸਾਹਿਬ ਜੀ ਦੇ ਬਚਨਾਂ ਦੀ ਇਹ ਕਲਾ ਵਰਤੀ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਸੁੱਕਿਆਂ ਨੂੰ ਹਰਾ ਕਰਨ ਦੀ ਸਮਰੱਥਾ ਗੁਰੂ ਵਿੱਚ ਹੈ। ਬੇਅੰਤ ਨਾਂ ਨੇ ਅਕਾਲ ਪੁਰਖ ਦੇ, ਉਹਨੂੰ ਗੋਬਿੰਦ ਵੀ ਕਹਿੰਦੇ ਆ, ਉਹਨੂੰ ਦਾਮੋਦਰ ਵੀ ਕਹਿੰਦੇ ਆ, ਉਹਨੂੰ ਮਾਧਵ ਵੀ ਕਹਿੰਦੇ ਆ, ਉਹਨੂੰ ਪਾਰ ਬ੍ਰਹਮ ਵੀ ਕਹਿੰਦੇ ਆ, ਉਹਨੂੰ ਰਹੀਮ ਵੀ ਕਹਿੰਦੇ ਆ, ਉਹਨੂੰ ਕਰੀਮ ਵੀ ਕਹਿੰਦੇ ਆ, ਉਹਨੂੰ ਦਿਆਲੂ ਵੀ ਕਹਿੰਦੇ ਆ।
ਬੇਅੰਤ ਨਾਵਾਂ ਵਿੱਚੋਂ ਪਰਮੇਸ਼ਰ ਦਾ ਇੱਕ ਨਾਮ ਹੈ ਹਰ। ਹਰ ਬਿਸਰਤ ਸਦਾ ਖੁਆਰੀ। ਹਰ 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 ਹਰੇ। ਹਰ ਸ਼ਬਦ, ਹਰ ਦਾ ਮਤਲਬ ਮਹਾਂਪੁਰਸ਼ ਏਦਾਂ ਕਹਿੰਦੇ ਆ ਵੀ ਜਿਹੜਾ ਸੁੱਕਿਆਂ ਨੂੰ ਹਰੇ ਭਰੇ ਕਰ ਦੇਵੇ ਉਹਨੂੰ ਕਹਿੰਦੇ ਨੇ ਹਰ। ਜਿਹੜਾ ਸੁੱਕਿਆਂ ਨੂੰ ਹਰੇ ਭਰੇ ਕਰ ਦੇ। ਵੈਸੇ ਹਰ ਸ਼ਬਦ ਦੇ ਅਨੇਕਾਂ ਹੀ ਅਰਥ ਨੇ। ਤੋ ਸਤਿਗੁਰਾਂ ਦੀ ਕਲਾ ਵਰਤੀ, ਪਾਰ ਬ੍ਰਹਮ ਪਰਮੇਸ਼ਰ ਨੇ ਦਇਆ ਵਰਤਾਈ। ਉਹ ਜਿਹੜੀ ਫਸਲ ਬੀਜ ਕੇ ਗਿਆ ਸੀ ਬੀਜ, ਅਗਲੇ ਦਿਨ ਸਵੇਰੇ ਆ ਕੇ ਵੇਖਿਆ ਸਾਰੇ ਖੇਤ ਵਿੱਚ ਕਣਕ ਉੱਗੀ ਹੋਈ ਹੈ। ਜਨ ਬਹੁਤ ਦਿਵਸ ਕੀ ਇਸ ਬਾਰ। ਕਹਿੰਦੇ ਏਦਾਂ ਉੱਗੀ ਹੋਈ ਆ ਕਣਕ ਮਾਨੋ ਕਈ ਦਿਨ ਪਹਿਲਾਂ ਬੀਜੀ ਹੋਈ ਤੇ ਕਈ ਦਿਨਾਂ ਦੀ ਉੱਗੀ ਹੋਈ ਹੈ। ਵਾਵਾ ਬੂਟਾ ਵੱਡਾ ਵੱਡਾ ਹੋ ਗਿਆ। ਏਦਾਂ ਜਾਪਦਾ ਜਿਵੇਂ ਕਈ ਦਿਨ ਪਹਿਲਾਂ ਦੀ ਬੀਜੀ ਹੋਵੇ। ਕਰ ਹਰਖ ਬੰਦ ਗੁਰ ਚਰਨ ਰੇਨ। ਜ਼ਿਮੀਦਾਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਦੌੜ ਕੇ ਆਇਆ ਭੱਜ ਕੇ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਇਉਂ ਡਿੱਗ ਕੇ ਬੰਦਨਾ ਕੀਤੀ ਜਿਵੇਂ ਜ਼ਮੀਨ ਤੇ ਡੰਡਾ ਡਿੱਗਦਾ ਹੈ। ਡੰਡੇ ਵੱਤ ਡਿੱਗ ਕੇ ਸਤਿਗੁਰਾਂ ਨੂੰ ਬੰਦਨਾ ਕੀਤੀ। ਸ਼ਰਧਾ ਸੁਬਦੀ ਜੋ ਮੋਖ ਦੇਨ। ਮਨ ਵਿੱਚ ਸ਼ਰਧਾ ਵੱਧ ਗਈ ਸਤਿਗੁਰਾਂ ਤੇ, ਭਾਵਨਾ ਵੱਧ ਗਈ, ਹੋਰ ਸ਼ਰਧਾ ਬਣ ਗਈ। ਪੁਨ ਨਰਨ ਸੁਨੇ ਆਚਰਜਮਾਨ। ਜਦੋਂ ਬਾਕੀ ਦੇਸ਼ ਦਿਆਂ ਪਿੰਡ ਦਿਆਂ ਲੋਕਾਂ ਨੇ, ਸ਼ਹਿਰ ਦਿਆਂ ਲੋਕਾਂ ਨੇ ਸੁਣਿਆ ਕਿ ਆਹ ਖੇਡ ਵਰਤੀ ਹੈ, ਉਹ ਸੁਣ ਕੇ ਬੜੇ ਅਚਰਜ ਹੋਏ, ਹੈਰਾਨ ਹੋਏ। ਸਭ ਧਾਏ ਹੇਰੇ ਸਾਚ ਜਾਨ। ਉਹ ਕਹਿੰਦੇ ਅਸੀਂ ਨਹੀਂ ਮੰਨਦੇ। ਉਹ ਕਹਿੰਦੇ ਜਾ ਕੇ ਵੇਖ ਲਓ ਬਈ। ਦੌੜ ਕੇ ਆਏ, ਭੱਜ ਕੇ ਆਏ, ਖੇਤਾਂ ਵਿੱਚ ਆ ਕੇ ਖੇਤ ਵਿੱਚ ਫਸਲ ਉੱਗੀ ਵੇਖੀ। ਅਸ ਜਾਨ ਅਜ਼ਮਤੀ ਉਰਪਮਾਨ। ਇਹਨਾਂ ਨੇ ਜਾਣਿਆ ਕਿ ਆ ਜਿਹੜੇ ਮਹਾਂਪੁਰਸ਼ ਆਏ ਆ ਗੁਰੂ ਨਾਨਕ ਸਾਹਿਬ ਜੀ ਉੱਥੇ ਹੀ ਬੈਠੇ ਸੀ। ਜਿਸ ਖੇਤ 'ਚ ਫਸਲ ਉੱਗੀ ਉੱਥੇ ਹੀ ਕਿਨਾਰੇ ਤੇ ਬੈਠੇ ਸੀ। ਲੋਕਾਂ ਨੇ ਜਾਣਿਆ ਇਹ ਨੇ ਉਹ ਮਹਾਂਪੁਰਸ਼, ਇਹ ਅਜਮਤੀ ਪੁਰਸ਼ ਨੇ, ਕਰਾਮਾਤੀ ਪੁਰਸ਼ ਹਨ। ਗੁਰ ਤੀਰ ਪਹੁੰਚੇ ਸਿਦਕ ਠਾਨ। ਮਨ 'ਚ ਭਰੋਸਾ ਰੱਖ ਕੇ, ਸਿਦਕ ਰੱਖ ਕੇ ਸਤਿਗੁਰਾਂ ਦੇ ਚਰਨਾਂ 'ਚ ਆਏ। ਖਾਲਸਾ ਜੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਪਰਮੇਸ਼ਰ ਬਾਰੇ, ਉਹਨਾਂ ਨੂੰ ਜਾਗ ਲਾਉਣੀ ਸੀ ਗੁਰੂ ਸਾਹਿਬ ਨੇ, ਤੇ ਸਤਿਗੁਰਾਂ ਨੇ ਖੇਡ ਵਰਤਾਈ ਹੈ। ਖਾਲਸਾ ਜੀ ਕਿਸੇ ਬਾਲਕ ਨੂੰ ਊੜੇ ਦਾ ਗਿਆਨ ਦੇਣਾ ਹੋਵੇ, ਉਹਨੂੰ ਦੱਸਣਾ ਪੈਂਦਾ ਵੀ ਊੜਾ ਓੰਕਾਰ ਹੁੰਦਾ ਹੈ ਜਾਂ ਊੜਾ ਊਂਠ ਹੁੰਦਾ ਹੈ। ਖਾਲਸਾ ਜੀ ਉਹ ਆਕਾਰ ਦੇ ਨਾਲ ਊੜੇ ਦੀ ਉਹਨੂੰ ਸਮਝ ਪੈ ਜਾਂਦੀ ਹੈ, ਪਰ ਊੜੇ ਤੋਂ ਕੱਲਾ ਊਂਠ ਜਾਂ ਹੋਰ ਵਸਤੂ ਨਹੀਂ, ਪਦਾਰਥ ਨਹੀਂ। ਊੜਾ ਤਾਂ ਬੜਾ ਵਿਆਪਕ ਸ਼ਬਦ ਹੈ। ਇਸੇ ਤਰ੍ਹਾਂ ਜੇ ਕਿਸੇ ਜਗਿਆਸੂ ਨੂੰ ਪਰਮੇਸ਼ਰ ਨਾਲ ਜੋੜਨਾ ਤਾਂ ਪਹਿਲਾਂ ਉਹਨੂੰ ਏਦਾਂ ਜਾਗ ਲਾਣੀ ਪੈਂਦੀ ਆ ਵੀ ਪਰਮੇਸ਼ਰ ਤੇਰੀ ਕਾਮਨਾ ਪੂਰੀ ਕਰੇਗਾ, ਉਹ ਇੱਛਾਵਾਂ ਪੂਰੀਆਂ ਕਰਦਾ ਹੈ। ਉਹ ਹੌਲੇ ਹੌਲੇ ਕਰਕੇ ਜਦੋਂ ਸਾਧਨਾ ਕਰਦਾ ਹੈ, ਫਿਰ ਇੱਕ ਦਿਨ ਐਸਾ ਆਉਂਦਾ ਹੈ ਕਿ ਕਾਮਨਾ ਕਰਦਾ ਕਰਦਾ ਅਖੀਰ ਨੂੰ ਕਾਮਨਾ ਤੋਂ ਰਹਿਤ ਹੋ ਜਾਂਦਾ ਹੈ। ਤੇ ਜਿਸ ਦਿਨ ਕਾਮਨਾ ਤੋਂ ਰਹਿਤ ਹੋ ਜਾਂਦਾ, ਉਸ ਦਿਨ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ 'ਚ ਭੇਦ ਹੋ ਜਾਂਦਾ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਹਾਲੇ ਧਰਮ ਦੇ ਮਾਰਗ 'ਚ ਬਿਲਕੁਲ ਹੀ ਬਾਲਕ ਸੀ, ਜਾਣਦੇ ਹੀ ਨਹੀਂ ਸੀ ਰੱਬ ਬਾਰੇ। ਮਹਾਰਾਜ ਜੀ ਕਹਿੰਦੇ ਰੱਬ ਮੀਂਹ ਪਾਉਂਦਾ, ਰੱਬ ਚਾਹੇ ਤੇ ਮੀਂਹ ਤੋਂ ਬਿਨਾਂ ਵੀ ਫਸਲ ਉਗਾ ਸਕਦਾ। ਉਹ ਪਰਮੇਸ਼ਰ ਬਾਰੇ ਇਹਨਾਂ ਨੂੰ ਜਾਣਕਾਰੀ ਗੁਰੂ ਪਾਤਸ਼ਾਹ ਨੇ ਦੇਣੀ ਸੀ। ਉਹ ਖੇਡ ਵਰਤ ਗਈ। ਜਿਹੜੇ ਲੋਕ ਜਾਣਦੇ ਹੀ ਨਹੀਂ ਸਨ ਪਰਮੇਸ਼ਰ ਬਾਰੇ, ਉਹਨਾਂ ਦੇ ਮਨ 'ਚ ਗੁਰੂ ਸਾਹਿਬ ਜੀ ਪ੍ਰਤੀ ਸਿਦਕ ਤੇ ਭਰੋਸਾ ਬਣਿਆ। ਕਰ ਬੰਦਨਾ ਸੋ ਤਰ ਭੇਟ ਸੋਏ। ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਜਥਾ ਸ਼ਕਤ ਭੇਟਾ ਮਹਾਰਾਜ ਜੀ ਨੂੰ ਅਰਪਣ ਕੀਤੀ। ਵਿਦ ਬੂਝਈ ਜਿਵ ਅੰਨ ਹੋਏ। ਮਹਾਰਾਜ ਜੀ ਨੂੰ ਪੁੱਛਦੇ ਆ, ਮਹਾਰਾਜ ਕਿਰਪਾ ਕਰਕੇ ਦੱਸੋ, ਜਿਵੇਂ ਇਹਦੇ ਖੇਤ ਵਿੱਚ ਫਸਲ ਉੱਗੀ ਆ ਮਹਾਰਾਜ, ਸਾਡੇ ਤੇ ਵੀ ਤਰਸ ਕਰੋ, ਸਾਡੀਆਂ ਫਸਲਾਂ ਵੀ ਉੱਗ ਜਾਣ। ਗੁਰ ਕੀਨ ਦਇਆ ਦੀਨੀ ਰਜਾਏ। ਮਹਾਰਾਜ ਜੀ ਸਾਨੂੰ ਵੀ ਜੁਗਤੀ ਦੱਸੋ, ਅਸੀਂ ਕੀ ਕਰੀਏ ਕਿ ਸਾਡੀ ਫਸਲ ਵੀ ਪੈਦਾ ਹੋ ਜਾਵੇ। ਕਰਤਾਰ ਨਾਮ ਰਸਨਾ ਤੇ ਆਏ। ਮਹਾਰਾਜ ਜੀ ਕਹਿਣ ਲੱਗੇ, ਭਾਈ ਸੁਣੋ, ਕਰਤਾਰ ਦਾ ਨਾਂ ਰਸਨਾ ਨਾਲ ਲਿਆ ਕਰੋ। ਕਹਿੰਦੇ ਜੀ ਕਿਹੜਾ ਨਾਂ ਲਈਏ ਕਰਤਾਰ ਦਾ?
ਮਹਾਰਾਜ ਜੀ ਕਹਿੰਦੇ ਰਸਨਾ ਨਾਲ ਜਪਣਾ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ 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 ਦਾ ਜਾਪ ਆਪਣੀ ਰਸਨਾ ਨਾਲ ਜਪਦਿਆਂ ਹੋਇਆ। ਤੋਟਕ ਚੰਦ ਕ੍ਰਿਸ਼ਿ ਕਾਰਜ ਕੋ ਕਰ ਸੋ ਕਰੀਏ। ਰਸਨਾ ਤੋਂ ਵਾਹਿਗੁਰੂ 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 ਕਰਦਿਆਂ ਖੇਤਾਂ ਵਿੱਚ ਹਲ ਵਾਹੋ। ਆਪਣੀ ਫਸਲ ਦਾ ਜ਼ਿਮੀਂਦਾਰੇ ਦਾ ਜਿਹੜਾ ਕੰਮ ਹੈ ਉਹ ਕਰੋ ਰਸਨਾ ਨਾਲ। ਵਾਹਿਗੁਰੂ ਵਾਹਿਗੁਰੂ ਕਰਤਾਰ ਦਾ ਭਜਨ ਕਰੋ ਔਰ ਸਰੀਰ ਕਰਕੇ ਆਪਣੇ ਖੇਤਾਂ ਵਿੱਚ ਖੇਤੀ ਕਰੋ। ਹਰ ਨਾਮ ਉਚਾਰ ਹਿਰਦੇ ਧਰੀਏ। ਪਰਮੇਸ਼ਰ ਦਾ ਨਾਮ ਉਚਾਰ ਕੇ ਉਹਨੂੰ ਆਪਣੇ ਹਿਰਦੇ 'ਚ ਵਸਾਉਣ ਦਾ ਯਤਨ ਕਰੋ। ਬਰਖਾਹਿਤ ਜਾਚੋ ਬੰਦ ਕਰੰ। ਔਰ ਹੱਥ ਜੋੜ ਕੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰੋ, ਅਰਦਾਸ ਕਰੋ। ਕਹਿਣ ਲੱਗੇ ਜੀ ਇਹ ਅਰਦਾਸ ਕਿਵੇਂ ਕਰੀਦੀ ਹੈ? ਮਹਾਰਾਜ ਕਹਿੰਦੇ ਜਿਵੇਂ ਰਾਜੇ ਨੂੰ ਜਾ ਕੇ ਕਰਦੇ ਸੀ ਵੀ ਰਾਜਾ ਮੀਂਹ ਪਾ। ਕਹਿੰਦੇ ਬਸ ਹੁਣ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ, ਪਰਮੇਸ਼ਰ ਅੱਗੇ ਹੱਥ ਬੰਨ੍ਹ ਕੇ ਅਰਦਾਸ ਕਰਨੀ ਹੈ। ਬਹੁ ਨੀਰ ਪਰੇ ਹੋਏ ਖੇਤ ਤਰੰਗ। ਔਰ ਕਹਿਣਾ ਹੈ ਅਕਾਲ ਪੁਰਖ ਜੀਓ ਮੀਂਹ ਪਾਓ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਮੀਂਹ ਪਾਵੇਗਾ, ਕਰਤਾਰ ਮੀਂਹ ਪਾਵੇਗਾ, ਤੁਹਾਡੀਆਂ ਸਾਰੀਆਂ ਫਸਲਾਂ ਸਰ ਸਬਜ਼ ਹੋ ਜਾਣਗੀਆਂ, ਖੇਤਾਂ ਵਿੱਚ ਮੀਂਹ ਵਰਤੇਗਾ। ਤਰ ਆਇਸ ਸੀਸ ਚਲੇ ਸਭਈ। ਸਤਿਗੁਰਾਂ ਦੀ ਆਗਿਆ ਲੈ ਕੇ ਜਿੰਨੇ ਦੇਸ਼ ਵਾਸੀ ਸਨ ਆਪਣੇ ਨਗਰ ਵਿੱਚ ਘਰਾਂ ਨੂੰ ਗਏ। ਬਰ ਬੀਜ ਬੂਏ ਹਲ ਤੇ ਤਬਈ। ਇਹਨਾਂ ਨੇ ਜਾ ਕੇ ਆਪਣੇ ਘਰਾਂ ਚੋਂ ਬੀਜ ਲਿਆਂਦਾ, ਖੇਤਾਂ ਵਿੱਚ ਹਲ ਵਾਹ ਕੇ ਬੀਜ ਬੀਜਣ ਦੀ ਤਿਆਰੀ ਕੀਤੀ। ਪਲ ਖੇਤ ਉਗੇ ਹਰਿਆਵਲ ਸੋ। ਇਹਨਾਂ ਨੇ ਬੀਜ ਬੀਜ ਦਿੱਤਾ। ਗੁਰੂ ਸਾਹਿਬ ਦੀ ਕਿਰਪਾ ਨਾਲ ਹਾਲੇ ਮੀਂਹ ਪਿਆ ਨਹੀਂ, ਮੀਂਹ ਤੋਂ ਪਹਿਲਾਂ ਹੀ ਸਾਰੀ ਫਸਲ ਉੱਗ ਗਈ। ਇਹਨਾਂ ਦੇ ਜਿੰਨਿਆਂ ਨੇ ਖੇਤ ਬੀਜੇ ਸਾਰਿਆਂ ਦੇ ਖੇਤ ਸਰ ਸਬਜ਼ ਹੋ ਗਏ, ਹਰੀ ਭਰੀ ਫਸਲ ਉੱਗ ਗਈ। ਪੁਰ ਸ਼ੋਕ ਨਸਿਓ ਸਰਬ ਤਾਵਲ ਸੋ। ਇਹਨਾਂ ਦੇ ਮਨ ਦੇ ਸਾਰੇ ਸ਼ੋਕ ਦੂਰ ਹੋ ਗਏ, ਜਿੰਨੀ ਚਿੰਤਾ ਸੀ ਫਿਕਰ ਸੀ ਦੂਰ ਹੋ ਗਏ। ਸਮਰੱਥ ਬੜੋ ਕਹੇ ਸੰਤ ਪਲੋ। ਕਹਿਣ ਲੱਗੇ ਸਮਰੱਥ ਨੇ ਵੱਡੇ ਸਮਰੱਥ ਗੁਰੂ, ਬੜੇ ਮਹਾਨ ਸੰਤ ਨੇ, ਇਹ ਮਹਾਨ ਪੁਰਖ ਨੇ ਜੋ ਸਾਡੇ ਨਗਰ ਵਿੱਚ ਆਏ ਹਨ। ਇਸ ਆਇਸ ਕੇ ਅਨੁਸਾਰ ਚਲੋ। ਸਾਰੇ ਨਗਰ ਨਿਵਾਸੀ ਇੱਕ ਦੂਜੇ ਨੂੰ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਆਗਿਆ 'ਚ ਚੱਲਣਾ। ਜਿਹੜੇ ਮਹਾਂਪੁਰਸ਼ ਆਏ ਹੈ ਇਹਨਾਂ ਦੀ ਆਗਿਆ ਵਿੱਚ, ਇਹਨਾਂ ਦੇ ਹੁਕਮ ਦੇ ਵਿੱਚ ਸਭ ਨੇ ਚੱਲਣਾ। ਬਰਖਾ ਬਿਦ ਬੂਜਨ ਕੀਨ ਜਬੇ। ਔਰ ਜਦੋਂ ਫਿਰ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਫਸਲ ਤਾਂ ਉੱਗ ਗਈ ਹੈ, ਮੀਂਹ ਦੀ ਲੋੜ ਹੈ ਤੇ ਕਿਰਪਾ ਕਰਕੇ ਸਾਨੂੰ ਹੁਣ ਜੁਗਤ ਦੱਸੋ ਜਿਹਦੇ ਨਾਲ ਇਹ ਮੀਂਹ ਪੈ ਜਾਏ। ਪਹਿਲਾਂ ਤੁਸੀਂ ਸਾਨੂੰ ਫਸਲ ਬੀਜਣ ਦਾ ਹੁਕਮ ਕੀਤਾ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਸਲ ਬੀਜੋ ਉੱਗ ਜਾਏਗੀ। ਮਹਾਰਾਜ ਉੱਗ ਗਈ ਹੈ, ਪਰ ਪਾਤਸ਼ਾਹ ਮੀਂਹ ਤਾਂ ਪੈਣਾ ਚਾਹੀਦਾ ਨਾ, ਲੋੜ ਹੈ, ਤੇ ਕਿਰਪਾ ਕਰਕੇ ਸਾਨੂੰ ਤੁਸੀਂ ਰਸਤਾ ਦੱਸੋ, ਜੁਗਤੀ ਦੱਸੋ ਜਿਹਦੇ ਨਾਲ ਮੀਂਹ ਪੈ ਜਾਵੇ। ਗੁਰੂ ਨਾਨਕ ਵਾਕ ਉਚਾਰ ਤਬੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਸੁਣੀ ਤੇ ਬੋਲੇ ਬਿਦ ਸੰਗ ਤਿਹਾਵਲ ਕੋ ਕਰੀਏ। ਮਹਾਰਾਜ ਜੀ ਕਹਿੰਦੇ ਆ ਵਿਧੀ ਸਹਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਇੱਥੇ ਵਿਧੀ ਸ਼ਬਦ ਦੀ ਵਰਤੋਂ ਕੀਤੀ ਹੈ। ਵਿਧ ਸਹਿਤ ਤਿਹਾਵਲ। ਤਿਹਾਵਲ ਕਹਿੰਦੇ ਨੇ ਤਿੰਨ ਚੀਜ਼ਾਂ ਜਿਹਦੇ 'ਚ ਬਰਾਬਰ ਪੈਣ ਉਹਨੂੰ ਤਿਹਾਵਲ ਕਹਿੰਦੇ ਆ। ਵਿਧ ਦਾ ਮਤਲਬ ਹੁੰਦਾ ਵੀ ਵਿਧੀ ਸਹਿਤ। ਵਿਧੀ ਕੀ ਹੈ? ਮਹਾਂਪੁਰਸ਼ ਦੱਸਦੇ ਆ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਦੀ ਵਿਧੀ ਕੀ ਹੈ। ਜਿਹਨੇ ਦੇਗ ਤਿਆਰ ਕਰਨੀ ਹੈ ਉਹ ਪਹਿਲਾਂ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋਵੇ, ਸਰੀਰ ਤੇ ਸਵੱਛ ਵਸਤਰ ਧਾਰਨ ਕਰੇ, ਔਰ ਜਿਹੜੀ ਰਸਤ ਹੈ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਉਹਦੇ ਵਾਸਤੇ ਤਿੰਨੇ ਚੀਜ਼ਾਂ ਬਰਾਬਰ ਦੇ ਭਾਰ ਦੀਆਂ ਰੱਖੇ। ਅੱਜ ਕੱਲ੍ਹ ਕੀ ਕਰਦੇ ਆ, ਅੰਦਾਜ਼ੇ ਨਾਲ ਘਿਓ ਪਾ ਲੈਂਦੇ ਐ, ਅੰਦਾਜ਼ੇ ਨਾਲ ਹੀ ਫਿਰ ਉਹਦੇ ਆਟਾ ਪਾ ਲੈਂਦੇ ਐ, ਫਿਰ ਅੰਦਾਜ਼ੇ ਨਾਲ ਹੀ ਖੰਡ ਪਾ ਲੈਂਦੇ ਤੇ ਪਾਣੀ ਵੀ ਅੰਦਾਜ਼ੇ ਨਾਲ ਹੀ ਪਾ ਲੈਂਦੇ ਐ। ਗੁਰੂ ਖਾਲਸਾ ਜੀ ਮਹਾਂਪੁਰਸ਼ ਦੱਸਦੇ ਆ ਵੀ ਤਿਹਾਵਲ ਦਾ ਮਤਲਬ ਵੀ ਸਾਰੀਆਂ ਚੀਜ਼ਾਂ ਦਾ ਬਰਾਬਰ ਦਾ ਤੋਲ ਹੋਵੇ। ਅਸੀਂ ਕਈ ਵਾਰੀ ਕਈ ਭਾਂਡੇ ਰੱਖੇ ਹੁੰਦੇ ਐ ਕਿ ਉਹਦੇ ਵਿੱਚ
ਉਹ ਭਾਂਡੇ ਦੇ ਵਿੱਚ ਜਿੰਨਾ ਘਿਓ ਆਉਂਦਾ ਓਨਾ ਉਹਦੇ 'ਚ ਆਟਾ, ਜ਼ਰੂਰੀ ਨਹੀਂ ਜਿੰਨਾ ਘਿਓ ਆਉਂਦਾ ਤੋਲ ਵਿੱਚ ਓਨਾ ਹੀ ਆਟਾ ਉਹਦੇ 'ਚ ਆਵੇਗਾ, ਵੱਧ ਘੱਟ ਵੀ ਹੋ ਸਕਦਾ। ਖੰਡ ਜਿਹੜੀ ਹੋਰ ਭਾਰੀ ਹੁੰਦੀ ਹੈ ਉਹ ਵੱਧ ਸਕਦੀ, ਬਰਾਬਰ ਯਾਨੀ ਕਿ ਕੰਡੇ ਦੇ ਉੱਤੇ ਤੋਲ ਕੇ ਪੂਰਾ। ਜੇ ਮੰਨ ਲਓ ਪਾਈਆ ਘਿਓ ਹੈ ਤੇ ਪਾਈਆ ਹੀ ਆਟਾ ਤੇ ਪਾਈਆ ਹੀ ਖੰਡ ਹੋਣੀ ਚਾਹੀਦੀ ਹੈ, ਤੇ 3-4 ਗੁਣਾ ਪਾਣੀ ਵੱਧ ਹੋਵੇ, ਕਿਲੋ ਪਾਣੀ ਹੋ ਜਾਏ। ਖੰਡ ਸਿੱਧੀ ਨਹੀਂ ਪਾਣੀ ਵਿੱਚ, ਉਹਦੀ ਚਾਸਣੀ ਬਣਾਣੀ ਆ ਪਾਣੀ 'ਚ ਪਾ ਕੇ, ਪਾਣੀ ਗਰਮ ਕਰਕੇ। ਫਿਰ ਉਹ ਪਾਣੀ ਨੂੰ ਛਾਣ ਲੈਣਾ, ਕਿਉਂਕਿ ਖੰਡ ਦੇ ਵਿੱਚ ਕਈ ਵਾਰੀ ਬਹੁਤ ਕੁਝ ਐਸਾ ਹੁੰਦਾ ਮਿਲਿਆ ਗਿਲਿਆ ਮਿੱਟੀ ਘੱਟਾ ਜਿਹਾ, ਉਹਨੂੰ ਵੀ ਕੱਪੜੇ ਨਾਲ ਛਾਣ ਲੈਣਾ। ਇਹ ਮਰਿਆਦਾ ਦੱਸੀ ਜਾਂਦੀ ਹੈ। ਤੇ ਇਸ ਮਰਿਆਦਾ ਸਹਿਤ ਫਿਰ ਨਾਲ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਵੇ, ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਦੇਗ ਤਿਆਰ ਕੀਤੀ ਜਾਵੇ। ਇਹਨੂੰ ਕਹਿੰਦੇ ਆ ਵਿਧੀ ਸਹਿਤ ਦੇਗ ਨੂੰ ਤਿਆਰ ਕਰਨਾ। ਫਿਰ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਕਰਕੇ ਅਰਦਾਸ ਕਰੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨੀ ਲੈਕ ਹੁੰਦੀ ਹੈ। ਇਹਨਾਂ ਨੂੰ ਸਤਿਗੁਰਾਂ ਨੇ ਮਰਿਆਦਾ ਦੱਸੀ। ਪਾਤਸ਼ਾਹ ਕਹਿੰਦੇ ਆ ਵੀ ਵਿਧ ਸਹਿਤ ਵਿਧ ਸੰਗ ਤਿਹਾਵਲ ਕੋ ਕਰੀਏ, ਵਿਧੀ ਸਹਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਸਤਨਾਮ ਗੁਰੂ ਹਿਰਦੇ ਧਰਿਏ, ਔਰ ਪਰਮੇਸ਼ਰ ਦਾ ਸੱਚਾ ਨਾਮ ਵਾਹਿਗੁਰੂ ਆਪਣੇ ਹਿਰਦੇ 'ਚ ਵਸਾਓ, ਆਪਣੇ ਹਿਰਦੇ ਵਿੱਚ ਧਾਰਨ ਕਰੋ। ਸਭ ਸੰਗਤ ਹੋਏ ਇੱਕ ਥਾਂ ਜਬੇ, ਜਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਜਾਏ ਸਾਰੀ ਸੰਗਤ ਇੱਕ ਜਗ੍ਹਾ ਤੇ ਇਕੱਠੇ ਹੋਵੋ। ਕਰ ਬੰਦ ਕਰੋ ਅਰਦਾਸ ਤਬੇ, ਹੱਥ ਜੋੜ ਕੇ ਫਿਰ ਅਕਾਲ ਪੁਰਖ ਦਾ ਧਿਆਨ ਧਾਰ ਕੇ ਅਰਦਾਸ ਕਰੋ। ਬਰਖਾ ਪੁਨ ਜਾਚੋ ਦੀਨ ਮਨੰ, ਔਰ ਦੀਨ ਮਨੰਗ ਦਾ ਮਤਲਬ ਹੈ ਵੀ ਨਿਮਰਤਾ ਧਾਰਨ ਕਰਕੇ ਹਿਰਦੇ 'ਚ ਵਿਆਕੁਲਤਾ ਸਹਿਤ ਏ ਵਾਹਿਗੁਰੂ ਅਸੀਂ ਦੀਨ ਹਾਂ, ਦੁਖੀਆਂ, ਸਾਡੇ ਤੇ ਤਰਸ ਕਰ। ਪਾਤਸ਼ਾਹ ਆਪਣੇ ਨਾਲ ਨਹੀਂ ਪੇ ਜੋੜਦੇ, ਸਾਹਿਬ ਜਾਣਦੇ ਨੇ ਅਸੀਂ ਤਾਂ ਇੱਥੋਂ ਹੁਣ ਚਲੇ ਜਾਣਾ। ਜਿਸ ਹਸਤੀ ਨੇ ਇੱਥੇ ਔਰ ਉੱਥੇ ਹਰ ਜਗ੍ਹਾ ਤੇ ਸदैव ਰਹਿਣਾ, ਉਸ ਹਸਤੀ ਦੇ ਨਾਲ ਇਹਨਾਂ ਨੂੰ ਜੋੜਿਆ ਜਾਏ ਤਾਂ ਜੋ ਸਾਡੇ ਟੁਰ ਗਿਆਂ ਵੀ ਉਸ ਹਸਤੀ ਦੀ ਬੰਦਗੀ ਦੇ ਵਿੱਚ ਜੁੜੇ ਰਹਿਣ। ਇਹਨਾਂ ਦੇ ਅੱਗੇ ਪੁੱਤਰ ਪੋਤਰੇ ਸदैव ਕਾਲ ਲਈ ਇਹਨਾਂ ਦੇ ਹਿਰਦਿਆਂ ਵਿੱਚ ਉਸ ਹਸਤੀ ਦਾ ਵਜੂਦ ਬਣਿਆ ਰਹੇ, ਔਰ ਉਹ ਹਸਤੀ ਆ ਅਕਾਲ ਪੁਰਖ ਪਰਮੇਸ਼ਰ ਦੀ ਹਸਤੀ। ਇਸ ਕਰਕੇ ਮਹਾਰਾਜ ਜੀ ਨੇ ਨਹੀਂ ਕਿਹਾ ਸਾਡੇ ਮੂਹਰੇ ਅਰਦਾਸ ਕਰੋ, ਆਖਿਆ ਦੀਨ ਮਨੇ ਹੋ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰੋ। ਬਹੁ ਨੀਰ ਪਰੇ ਹੋਏ ਖੇਤੇ ਅਨੰਗ, ਅਰਦਾਸ ਕਰਦਿਆਂ ਕਹਿਣਾ ਹੇ ਕਰਤਾ ਪੁਰਖ ਅੰਤਰਯਾਮੀ ਵਾਹਿਗੁਰੂ ਜੀ ਕਿਰਪਾ ਕਰੋ ਮੀਂਹ ਪਾਓ। ਤੁਸੀਂ ਮੀਂਹ ਪਾਓਗੇ ਸਾਸੀ ਸਾਰੇ ਜੀ ਜੰਤ ਸੁਖੀ ਵਸਾਂਗੇ। ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਅਰਜ਼ੋਈ ਕਰੋਗੇ ਅਰਦਾਸ ਕਰੋਗੇ ਤੇ ਤੁਹਾਡਾ ਮਨ ਭਾਉਂਦਾ ਜਿੰਨਾ ਤੁਸੀਂ ਚਾਹੋਗੇ ਅਕਾਲ ਪੁਰਖ ਵਾਹਿਗੁਰੂ ਜੀ ਉਤਨਾ ਹੀ ਮੀਂਹ ਪਾ ਦੇਣਗੇ। ਸੁਨ ਸੋ ਬਿਦ ਕੀਨ ਮਿਲੇ ਤਬਈ, ਇਹ ਸੁਣ ਕੇ ਇਹਨਾਂ ਨੇ ਜਾ ਕੇ ਉਸੇ ਵਿਧੀ ਜਿਵੇਂ ਸਤਿਗੁਰਾਂ ਦੱਸੀ ਪਾਤਸ਼ਾਹ ਦੀ ਦੱਸੀ ਮਰਿਆਦਾ ਦੇ ਅਨੁਸਾਰ, ਖਾਲਸਾ ਜੀ ਮਰਿਆਦਾ ਗੁਰੂ ਸਾਹਿਬ ਜੀ ਦੀ ਪਹਿਲਾਂ ਹੋਣੀ ਚਾਹੀਏ। ਗੁਰਦੇਵ ਦੀ ਦੱਸੀ ਮਰਿਆਦਾ ਅਨੁਸਾਰ ਜਦੋਂ ਕੰਮ ਕਰਾਂਗੇ ਗੁਰੂ ਕੀ ਖੁਸ਼ੀ ਵਰਤਦੀ ਹੈ। ਜਦੋਂ ਗੁਰੂ ਮਰਿਆਦਾ ਨੂੰ ਛਿੱਕੇ ਟੰਗ ਕੇ ਆਪ ਹੁਦਰੀਆਂ ਕਰਦੇ ਆ ਤਦੇ ਠੋਕਰਾਂ ਖਾਂਦੇ ਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਦੱਸਿਆ ਇਹਨਾਂ ਸਾਰੇ ਦੇਸ਼ ਵਾਸੀਆਂ ਨੇ ਉਸੇ ਤਰ੍ਹਾਂ ਜਾ ਕੇ ਕੀਤਾ। ਕਰਤਾਰੇ ਨਾਮ ਜਪੇ ਸਭਈ, ਔਰ ਕਰਤਾ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪਣ ਲੱਗੇ ਸਾਰੇ। ਨਾਲੇ ਇਸ਼ਨਾਨ ਪਾਨ ਕਰਦੇ, ਤਿਆਰ ਬਰ ਤਿਆਰ ਹੁੰਦੇ, ਦੇਗ ਤਿਆਰ ਕਰਦੇ, ਨਾਲੇ ਜਪੀ ਜਾਂਦੇ ਨੇ ਸਾਰੇ ਜਿਵੇਂ ਸਤਿਗੁਰਾਂ ਨੇ ਕਿਹਾ ਸੀ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਇਹ ਭਜਨ ਇਹਨਾਂ ਸਾਰਿਆਂ ਦੀ ਰਸਨਾ ਦੇ ਉੱਤੇ ਹੈ। ਅਰਦਾਸ ਤਿਹਾਵਲ ਕੀ ਕਰਕੇ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਇਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਪੁਨ ਸੀਸਨ ਕੋ ਤਰਨੀ ਧਰ ਕੇ, ਅਰਦਾਸ ਕਰਕੇ ਸੀਸ ਝੁਕਾਇਆ। ਸੀਸ ਝੁਕਾ ਕੇ ਜਦੋਂ ਜ਼ਮੀਨ ਦੇ ਉੱਤੇ ਮੱਥਾ ਟੇਕਿਆ, ਬਰਖਾ ਬੋਝਾ ਚਿਨਕੀਨ ਸਬੇ, ਜ਼ਮੀਨ ਤੇ ਸਿਰ ਧਰਿਆ, ਨਾਲ ਆਖਿਆ ਵਾਹਿਗੁਰੂ ਜੀ ਮੀਂਹ ਪਾਓ।
ਅਕਾਲ ਪੁਰਖ ਜੀ ਮੀਂਹ ਵਰਸਾਓ। ਕਨ ਘੋਰ ਉਠੇ ਕਨ ਘੋਰ ਤਬੇ। ਕਹਿੰਦੇ ਜ਼ਮੀਨ ਤੇ ਜਦੋਂ ਮੱਥਾ ਧਰਿਆ ਨਾ, ਮੱਥਾ ਧਰ ਕੇ ਹਾਲੇ ਸਿਰ ਚੁੱਕਿਆ ਹੀ ਆ ਇਹਨਾਂ ਨੇ, ਤੇ ਆਕਾਸ਼ ਵਿੱਚ ਉਸੇ ਵੇਲੇ ਕਾਲੇ ਰੰਗ ਦੀਆਂ ਘਟਾਵਾਂ ਛਾ ਗਈਆਂ। ਕਾਲੇ ਰੰਗ ਦੇ ਬੱਦਲ ਆਕਾਸ਼ ਦੇ ਵਿੱਚ ਇੱਕਦਮ ਆ ਪਹੁੰਚੇ। ਗੁਰੂ ਖਾਲਸਾ ਜੀ ਗੁਰੂ ਬਾਬੇ ਦੇ ਹੁਕਮ ਦੇ ਵਿੱਚ ਵਰਸਦਾ ਹੈ। ਪਾਤਸ਼ਾਹ ਦੇ ਬਚਨ ਨੇ ਮੀਂਹ ਪਰਮੇਸ਼ਰ ਪਾਉਂਦਾ, ਅਕਾਲ ਪੁਰਖ ਪਾਉਂਦਾ ਹੈ। ਮੀਂਹ ਪਾਇਆ ਪਰਮੇਸ਼ਰ ਪਾਇਆ। ਮੀਂਹ ਤਾਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਰਸਦਾ। ਅਕਾਲ ਇਸ ਮਿੱਗ ਕਿਆ ਉੱਠ ਉੱਠ ਦੇਖੈ ਬੱਪੜੇ, ਇਸ ਮਿੱਗ ਹੱਥ ਕਿਛ ਨਾਹੀ। ਇਸ ਮੇਘ ਦੇ ਹੱਥ ਵਿੱਚ ਨਹੀਂ ਕੁਝ, ਸਭ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ 'ਚ ਹੀ ਵਰਤਦਾ ਹੈ। ਉਸੇ ਵੇਲੇ ਝਟ ਆਕਾਸ਼ ਵਿੱਚ ਕਾਲੇ ਰੰਗ ਦੀਆਂ ਬੱਦਲੀਆਂ ਛਾ ਗਈਆਂ। ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ। ਰਿਜ ਕੇ ਉਪਾਇਨ ਅਗਲਾ ਠਾਂਡ ਪਈ ਸੰਸਾਰ। ਅਕਾਲ ਪੁਰਖ ਕਰਤਾਰ ਦਾ ਜਦੋਂ ਹੁਕਮ ਵਰਤਦਾ ਤੇ ਮੀਂਹ ਵੱਠੇ ਵਰਸਦਾ, ਤੇ ਜਦੋਂ ਮੀਂਹ ਵਰਸਦਾ ਉਦੋਂ ਧਰਤੀ 'ਚ ਰਿਜ਼ਕ ਪੈਦਾ ਹੁੰਦਾ, ਰੋਜੀ ਪੈਦਾ ਹੁੰਦੀ ਹੈ। ਕੱਲਾ ਰਿਜ਼ਕ ਹੀ ਨਹੀਂ ਪੈਦਾ ਹੁੰਦਾ, ਜਿਹੜੀ ਤਪਸ਼ ਦੇ ਨਾਲ ਜੀਵ ਸੜ ਰਹੇ ਹੁੰਦੇ ਐ, ਅੱਤ ਦੀ ਗਰਮੀ ਨਾਲ ਭੁੱਜ ਰਹੇ ਹੁੰਦੇ ਆ, ਉਹਨਾਂ ਵਿੱਚ ਵੀ ਠੰਡ ਵਰਤਦੀ ਹੈ। ਇਹ ਕਰਤਾਰ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ 'ਚ ਵਰਸਦਾ ਹੈ। ਸਤਿ ਸ੍ਰੀ ਅਕਾਲ। ਹੁਕਮੇ ਵਰਸਣ ਲਾਗਾ ਮੇਹੋ, ਪਰਮੇਸ਼ਰ ਦੇ ਹੁਕਮ 'ਚ ਇਹ ਮੀਂਹ ਵਰਸਦਾ ਹੈ। ਖਾਲਸਾ ਜੀ ਗੁਰੂ ਘਰ ਦੇ ਬੜੇ ਬੜੇ ਮਹਾਨ ਗੁਰੂ ਕੇ ਸੇਵਕ ਹੋਏ। ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਭਾਈ ਸਾਹਿਬ ਭਾਈ ਰਾਮ ਕਿਸ਼ਨ ਜੀ। ਸ਼ਾਹਪੁਰ ਨਗਰ 'ਚ ਰਹਿੰਦੇ, ਇੱਕਦਮ ਓੜ ਲੱਗ ਗਈ, ਮੀਂਹ ਨਹੀਂ ਸੀ ਪੈਂਦਾ। ਨਗਰ ਨਿਵਾਸੀ ਆ ਕੇ ਕਹਿਣ ਲੱਗੇ ਭਾਈ ਸਾਹਿਬ ਫਸਲਾਂ ਸੁੱਕਦੀਆਂ ਨੇ, ਮੀਂਹ ਨਹੀਂ ਪੈਂਦਾ। ਭਾਈ ਸਾਹਿਬ ਕਹਿੰਦੇ ਫਿਰ ਮੈਂ ਕੀ ਕਰਾਂ ਬਈ, ਨਹੀਂ ਪੈਂਦਾ, ਰੱਬ ਦਾ ਹੁਕਮ ਹੈ, ਨਹੀਂ ਪੈਂਦਾ, ਉਹਦੇ ਹੁਕਮ 'ਚ ਰਹੋ। ਕਹਿਣ ਲੱਗੇ ਜੀ ਜੇ ਮੀਂਹ ਨਾ ਪਵੇਗਾ ਤੇ ਫਸਲਾਂ ਨਹੀਂ ਹੋਣੀਆਂ। ਭਾਈ ਸਾਹਿਬ ਫਿਰ ਕਹਿੰਦੇ ਫਿਰ ਅਸੀਂ ਕੀ ਕਰ ਸਕਦੇ ਹਾਂ ਬਈ। ਕਹਿੰਦੇ ਜੀ ਜੇ ਫਸਲਾਂ ਨਾ ਹੋਈਆਂ ਤੇ ਲੋਕਾਂ ਦੇ ਘਰ ਦਾਣੇ ਨਹੀਂ ਆਉਣੇ। ਕਹਿੰਦੇ ਇਹ ਵੀ ਰੱਬ ਦਾ ਹੁਕਮ ਹੈ। ਫਿਰ ਕਹਿੰਦੇ ਜੀ ਜੇ ਦਾਣੇ ਲੋਕਾਂ ਦੇ ਘਰ ਨਾ ਆਏ ਤੇ ਗੁਰੂ ਘਰ ਵੀ ਲੰਗਰ ਕਿਵੇਂ ਪੱਕੇਗਾ, ਦਾਣੇ ਇੱਥੇ ਵੀ ਨਹੀਂ ਆਉਣੇ। ਕਹਿੰਦੇ ਅੱਛਾ ਗੁਰੂ ਕੇ ਲੰਗਰਾਂ ਤੇ ਵੀ ਫਰਕ ਪਵੇਗਾ ਇੱਕਦਮ। ਕਹਿੰਦੇ ਗੁਰੂ ਕੇ ਲੰਗਰਾਂ ਦੇ ਉੱਤੇ ਵੀ ਫਰਕ ਪਵੇਗਾ ਜੇ ਮੀਂਹ ਨਾ ਪਿਆ। ਕਹਿੰਦੇ ਜੀ ਉਹ ਤਾਂ ਸੁਭਾਵਕ ਹੈ, ਜੇ ਫਸਲ ਨਾ ਹੋਈ ਤੇ ਇੱਥੇ ਕਿਵੇਂ ਰਸਤ-ਬਸਤ ਆਵੇਗੀ। ਸਿੱਖਾਂ ਦੇ ਘਰਾਂ ਵਿੱਚ ਜਦੋਂ ਦਾਣੇ ਹੁੰਦੇ ਆਪਣੇ ਘਰ ਲਿਆਉਣ ਤੋਂ ਪਹਿਲਾਂ ਗੁਰੂ ਘਰ ਭੇਟਾ ਕਰਦੇ ਆ। ਕਹਿੰਦੇ ਅੱਛਾ। ਗਲ 'ਚ ਢੋਲਕੀ ਪਾਈ, ਐਨ ਕੜਕਦੀ ਧੁੱਪ ਵੀ ਚੜੇ, ਅੱਤ ਦੀ ਗਰਮੀ ਪੈਂਦੀ, ਤੇ ਕੋਠੇ ਦੀ ਛੱਤ ਤੇ ਚੜ ਗਏ। ਛੱਤ ਤੇ ਚੜਿਆ, ਗਲ 'ਚ ਢੋਲਕੀ ਪਾਈ, ਨਾਲੇ ਢੋਲਕੀ ਵਜਾਈ ਜਾਣ ਤੇ ਨਾਲੇ ਰਸਨਾ ਤੋਂ ਪੜੀ ਜਾਣ। ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਮੇਘਾਂ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ, ਵਰਸੋ ਕਿਰਪਾ ਧਾਰ, ਵਰਸੋ ਕਿਰਪਾ ਧਾਰ। ਕਹਿੰਦੇ ਕੁਝ ਸਮਾਂ ਹਾਲੇ ਬੀਤਿਆ ਹੀ ਸੀ, ਇੱਕਦਮ ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਆਈਆਂ ਤੇ ਮੀਂਹ ਵਰਸਣਾ ਸ਼ੁਰੂ ਹੋ ਗਿਆ। ਗੁਰੂ ਕੇ ਸਿੱਖਾਂ ਵਿੱਚ ਵੀ ਇਹ ਕਲਾ ਗੁਰੂ ਸਾਹਿਬ ਦੀ ਵਰਤ ਜਾਂਦੀ ਹੈ। ਸਤਿਗੁਰੂ ਜੀ ਤਾਂ ਆਪ ਪਰਮੇਸ਼ਵਰ ਨੇ, ਉਹ ਤਾਂ ਆਪ ਖੁਦ ਖੁਦਾ ਨੇ, ਆਪ ਖੁਦ ਮਾਲਕ ਨੇ। ਉਹਨਾਂ ਦੇ ਬਚਨਾਂ ਨਾਲ ਤਾਂ ਮੀਂਹ ਵਰਸਣਾ ਹੀ ਸੀ। ਕਹਿੰਦੇ ਝੱਟ ਮੀਂਹ ਵਰਸ ਗਿਆ ਸਾਰੇ ਪਾਸੇ। ਤੈਂ ਕਾਲ ਸੁਬਾਚਿਤ ਨੀਰ ਭਰਿਓ। ਕਹਿੰਦੇ ਜਿਵੇਂ ਬਾਛਦੇ ਸਨ, ਚਾਹੁੰਦੇ ਸਨ ਮੀਂਹ ਪਵੇ, ਮੀਂਹ ਪੈ ਗਿਆ। ਸਭ ਦੇਸ਼ ਦੁਕਾਲ ਆਤੰਕ ਹਰਿਓ। ਜਿਹੜਾ ਕਾਲ ਪਿਆ ਹੋਇਆ ਸੀ ਸਾਰੇ ਦੇਸ਼ ਵਿੱਚ, ਉਹ ਸਾਰੇ ਕਾਲ ਦਾ ਅੰਤ ਹੋ ਗਿਆ। ਜਿੱਥੇ ਮੀਂਹ ਪਵੇ ਉੱਥੇ ਕਾਲ ਨਹੀਂ ਪੈਂਦਾ। ਸੁਣ ਕੇ ਮਹਿਮਾ ਮਈ ਪਾਲਕ ਸੋ। ਜਦੋਂ ਨਗਰ ਦੇ ਰਾਜੇ ਨੂੰ ਇਹ ਪਤਾ ਲੱਗਾ, ਜਿਹੜਾ ਪਹਿਲਾਂ ਮੀਂਹ ਪਵਾਉਂਦਾ ਹੁੰਦਾ ਸੀ,
ਉਹਨੂੰ ਜਦੋਂ ਇਹ ਖਬਰ ਹੋਈ, ਕਰ ਆਵਨ ਤਾ ਤਤਕਾਲਕ ਸੋ। ਗੁਰਦੇਵ ਦੀ ਮਹਿਮਾ ਸੁਣੀ ਤੇ ਉਹਨੇ ਆਖਿਆ ਜਾ ਕੇ ਦਰਸ਼ਨ ਕਰੀਏ। ਉਹ ਵੀ ਹਿਰਦਾ ਪਾਵਨ ਕਰਕੇ ਨਾ, ਆਪਣਾ ਹਿਰਦਾ ਸ਼ੁੱਧ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗਾ। ਉਹ ਪੇਟ ਲਏ ਪਟ ਪੀਰ ਬੜੀ। ਭੇਟਾਵਾਂ ਲੈ ਲਈਆਂ, ਆਪਣੇ ਨਾਲ ਆਪਣੇ ਨੌਕਰ ਚਾਕਰ ਸਿਪਾਹੀ ਲੈ ਲਏ। ਸ਼ਰਦਾ ਉਰ ਆਨ ਵਧੀਕ ਗੱਡੀ। ਮਨ ਵਿੱਚ ਬਹੁਤ ਭਾਰੀ ਸ਼ਰਧਾ ਰਾਜੇ ਨੇ ਧਾਰਨ ਕੀਤੀ, ਅਤ ਦੀ ਸ਼ਰਧਾ ਧਾਰਨ ਕਰਕੇ ਆਇਆ। ਕਰੁਣਾ ਕਰ ਰਾਜਤ ਥਾਏ ਜਹਾਂ। ਉੱਥੇ ਆਇਆ ਜਿੱਥੇ ਕਰੁਣਾ ਦੇ ਸਮੁੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ। ਪਹੁੰਚਿਓ ਚਿਤ ਚਾਹ ਕਰੰਤ ਤਾਂ। ਉੱਥੇ ਪਹੁੰਚਿਆ ਕਿ ਸਤਿਗੁਰੂ ਮੇਰੀਆਂ ਚਾਹਨਾ ਵੀ ਪੂਰੀਆਂ ਕਰਨਗੇ। ਇਹ ਕਾਮਨਾ ਦੀ ਪੂਰਤੀ ਕਰਨ ਵਾਲੇ ਸਤਿਗੁਰੂ ਇੱਛਾ ਪੂਰਕ ਹਨ। ਮਨ ਦੀਨ ਪਇਓ ਅਸ਼ਟਾਂਗ ਕਰੀ। ਮਨ ਚ ਦੀਨ ਤੇ ਵਿਨਮਰ ਹੋ ਕੇ ਰਾਜੇ ਨੇ ਗੁਰੂ ਚਰਨਾਂ ਤੇ ਅਸ਼ਟਾਂਗ ਕੀਤੀ, ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ। ਉਹ ਬੈਨ ਬਿਨੇ ਪਨ ਅਹੰਗ ਜੋ ਜਰੀ। ਹੱਥ ਜੋੜ ਕੇ ਅਹੰਗ ਭਾਵ ਨੂੰ ਤਿਆਗ ਕੇ ਕਿ ਮੈਂ ਰਾਜਾ ਹਾਂ, ਇਹ ਹੰਕਾਰ ਨਹੀਂ ਕੀਤਾ। ਉਸ ਹੰਕਾਰ ਨੂੰ ਛੱਡ ਕੇ ਬੇਨਤੀ ਕੀਤੀ, ਤੁਮ ਸੰਤ ਸੰਪੂਰਨ ਜੋਤ ਕਲਾ। ਮਹਾਰਾਜ ਜੀ ਤੁਸੀਂ ਪੂਰਨ ਸੰਤ ਹੋ, ਤੁਹਾਡੇ ਵਿੱਚ ਕਲਾ ਹੈ, ਅਕਾਲ ਪੁਰਖ ਪਰਮੇਸ਼ਰ ਦੀ ਪ੍ਰਤੱਖ ਕਲਾ ਹੈ। ਉਪਦੇਸ਼ ਦਿਜੈ ਨਿਜ ਹੋਏ ਭਲਾ। ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਆਪਣਾ ਉਪਦੇਸ਼ ਦਿਓ ਤਾਂ ਜੋ ਸਾਡਾ ਭਲਾ ਹੋਵੇ। ਮਹਾਰਾਜ ਸਾਡੇ ਭਲੇ ਦਾ ਉਪਦੇਸ਼ ਦਿਓ, ਜਿਹਦੇ ਵਿੱਚ ਸਾਡਾ ਹਿੱਤ ਹੈ, ਜਿਹਦੇ ਵਿੱਚ ਸਾਡਾ ਭਲਾ ਹੈ। ਅਨਜਾਨ ਪਨੇ ਮੈਂ ਦੇਸ਼ ਸਭੇ। ਮਹਾਰਾਜ ਜੀ ਸਾਡਾ ਸਾਰਾ ਦੇਸ਼ ਅਣਜਾਣ ਪੁਣੇ ਵਿੱਚ ਸੀ, ਸਾਡਾ ਸਾਰਾ ਦੇਸ਼ ਅਣਜਾਣ ਸੀ। ਕਰਤਾਰ ਨ ਜਾਣੇ ਕੌਣ ਕਬੇ। ਅਸੀਂ ਨਹੀਂ ਸੀ ਜਾਣਦੇ ਵੀ ਇਹ ਕਰਤਾਰ ਕੌਣ ਹੈ, ਕਿੱਥੇ ਰਹਿੰਦਾ ਹੈ। ਮਹਾਰਾਜ ਜੀ ਅਸੀਂ ਕਰਤਾਰ ਬਾਰੇ ਨਹੀਂ ਸੀ ਜਾਣਦੇ, ਨਾ ਹੀ ਕਦੇ ਅੱਜ ਤੋਂ ਪਹਿਲਾਂ ਕਿਸੇ ਨੇ ਕਰਤਾਰ ਬਾਰੇ ਦੱਸਿਆ ਸੀ। ਬਰਕ ਮਗਵਾ ਜਪ ਤੇ ਜਬੀ। ਮਹਾਰਾਜ ਜੀ ਸਾਨੂੰ ਕੱਲੇ ਮੀਂਹ ਦੀ ਲੋੜ ਪੈਂਦੀ ਸੀ। ਜਦੋਂ ਮੀਂਹ ਦੀ ਲੋੜ ਪੈਂਦੀ ਸੀ ਅਸੀਂ ਤਾਂ ਇੰਦਰ ਦਾ ਮੰਤਰ ਪੜ੍ਹਦੇ ਸੀ, ਇੰਦਰ ਦੇਵਤੇ ਦਾ, ਉਸੇ ਨੂੰ ਹੀ ਕਰਤਾਰ ਸਮਝਿਆ ਹੋਇਆ ਸੀ ਤੇ ਉਸੇ ਦਾ ਹੀ ਅਸੀਂ ਮੰਤਰ ਸਮਝਦੇ ਪੜ੍ਹਦੇ ਸੀ। ਬੋ ਹੋਏ ਪਕੇ ਕ੍ਰਿਸ਼ੀ ਜੋ ਸਭਈ। ਤੇ ਉਹ ਮੀਂਹ ਪਾ ਦਿੰਦਾ ਸੀ ਤੇ ਸਾਰੀਆਂ ਫਸਲਾਂ ਉੱਗ ਜਾਣੀਆਂ, ਪੱਕ ਜਾਣੀਆਂ। ਇਹ ਰੀਤ ਪਰੰਪਰਾ ਦੇਸ਼ ਵਿਖੇ। ਸਾਡੇ ਦੇਸ਼ ਵਿੱਚ ਇੰਦਰ ਦੇਵ ਨੂੰ ਪੂਜਣ ਦੀ ਪਰੰਪਰਾ ਸੀ ਮਹਾਰਾਜ। ਅਸੀਂ ਕਰਤਾਰ ਬਾਰੇ ਨਹੀਂ ਸੀ ਜਾਣਦੇ, ਜਿਹਦੇ ਬਾਰੇ ਆਪ ਜੀ ਨੇ ਦੱਸਿਆ ਆ ਕੇ ਕਿ ਉਹ ਇਤਨਾ ਸਮਰੱਥ ਹੈ। ਅਸੀਂ ਤਾਂ ਇੰਦਰ ਦੀ ਪੂਜਾ ਕਰਦੇ ਸੀ, ਸਾਡੇ ਦੇਸ਼ ਵਿੱਚ ਇੰਦਰ ਦੇਵ ਦੀ ਹੀ ਪੂਜਾ ਹੁੰਦੀ ਸੀ। ਤੁਮ ਆਨ ਹਟਾਵਨ ਕੀਨ ਲਖੇ। ਮਹਾਰਾਜ ਜੀ ਤੁਸੀਂ ਆਪ ਆਣ ਕੇ ਸਾਡੇ ਤੇ ਕਿਰਪਾ ਕੀਤੀ, ਦਇਆ ਕਰਕੇ ਰਹਿਮਤ ਕਰਕੇ ਸਾਨੂੰ ਆ ਕੇ ਕਰਤਾਰ ਦਾ ਭੇਦ ਦੱਸਿਆ ਹੈ। ਔਰ ਦੱਸਿਆ ਹੈ ਕਿ ਇੰਦਰ ਤਾਂ ਐਸੇ ਕਰੋੜਾਂ ਇੰਦਰ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਵਸਦੇ ਹੈ। ਅਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼। ਉਹ ਤਾਂ ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਇੱਕ ਰੋਮ 'ਚ ਕਰੋੜਾਂ ਇੰਦਰ ਵਸਦੇ ਹਨ। ਉਹ ਹੈ ਕਰਤਾਰ, ਇਹ ਆਪ ਜੀ ਨੇ ਆ ਕੇ ਸਾਨੂੰ ਦਰਸਾਇਆ ਹੈ। ਅਬ ਜੋ ਵਿਦ ਦਿਓ ਬਤਾਏ ਹਮੇ। ਮਹਾਰਾਜ ਜੀ ਹੁਣ ਆਪ ਜੀ ਜੋ ਕਿਰਪਾ ਕਰਕੇ ਸਾਨੂੰ ਵਿਧੀ ਦੱਸੋਗੇ, ਜੋ ਪਵਿੱਤਰ ਉਪਦੇਸ਼ ਆਪ ਜੀ ਸਾਨੂੰ ਦਿਓਗੇ, ਮਿਲ ਸੋ ਕਰਈ ਅਨੁਸਾਰ ਸੋ ਮੈਂ। ਮਹਾਰਾਜ ਜੀ ਅਸੀਂ ਉਹੀ ਆਪ ਜੀ ਦੀ ਆਗਿਆ ਮੰਨ ਕੇ ਮਿਲ ਕੇ ਆਪ ਜੀ ਦੇ ਅਨੁਸਾਰੀ ਹੋ ਕੇ ਕਰਾਂਗੇ। ਜੇ ਤੇ ਸੁਖ ਪਾਵੇ ਲੋਕ ਸਭੇ। ਜਿਸ ਦੇ ਕੀਤਿਆਂ ਸਾਡੇ ਸਾਰੇ ਦੇਸ਼ ਦੇ ਲੋਕਾਂ ਨੂੰ ਸੁਖ ਪ੍ਰਾਪਤ ਹੋਵੇਗਾ। ਮਹਾਰਾਜ ਜੀ ਆਪ ਜੀ ਦੱਸੋ ਕੀ ਕਰੀਏ ਅਸੀਂ। ਜੋ ਆਪ ਜੀ ਫਰਮਾਓਗੇ ਅਸੀਂ ਉਹ ਕਰਾਂਗੇ, ਜਿਸ ਨਾਲ ਸਾਡੇ ਸਾਰੇ ਦੇਸ਼ ਦੇ ਜੀਵਾਂ ਨੂੰ ਸੁਖ ਪ੍ਰਾਪਤ ਹੋਵੇਗਾ। ਪਰ ਲੋਕੇ ਹੋਏ ਅਬੇ। ਔਰ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਮਹਾਰਾਜ ਜੀ ਸਾਡਾ ਭਲਾ ਹੋ। ਜਿਨ੍ਹਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਕੁਝ, ਹੁਣ ਸੋਝੀ ਆ ਗਈ ਵੀ ਪਰਲੋਕ ਵੀ ਹੁੰਦਾ। ਕਹਿਣ ਲੱਗੇ ਮਹਾਰਾਜ ਸਾਡਾ ਅਗਲੇ ਜਹਾਨ ਵਿੱਚ ਵੀ ਭਲਾ ਹੋਵੇ, ਇਸ ਲੋਕ ਵਿੱਚ ਵੀ ਸਾਡਾ ਭਲਾ ਹੋਵੇ।
ਆਪ ਜੀ ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦੇ ਕੇ ਨਿਵਾਜੋ। ਲਖ ਕੇ ਮਹਿਮਾ ਗਰਵੀ ਤੁਮਰੀ, ਮਹਾਰਾਜ ਜੀ ਤੁਹਾਡੀ ਭਾਰੀ ਤੇ ਵੱਡੀ ਮਹਿਮਾ ਜਾਣ ਕੇ ਮਤ ਹੋਏ ਰਹੀ ਦ੍ਰਿੜਤਾ ਹਮਰੀ। ਮਹਾਰਾਜ ਜੀ ਸਾਡੀ ਮਤ ਵਿੱਚ ਦ੍ਰਿੜਤਾ ਹੋ ਗਈ ਹੈ, ਤੁਹਾਡੇ ਤੇ ਪਰਪੱਕ ਨਿਸ਼ਚਾ ਤੇ ਭਰੋਸਾ ਬਣ ਗਿਆ ਹੈ। ਸ਼ਰਦਾ ਪਰਵਾਕ ਸੁਨੇ ਜਬਈ, ਸ਼ਰਦਾ ਭਰੇ ਬੋਲ ਜਦੋਂ ਰਾਜੇ ਦੇ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੁਣੇ, ਪਦ ਪਾਹੁਲ ਦੇਤ ਪਏ ਤਬਈ। ਮਹਾਰਾਜ ਜੀ ਨੇ ਉਸੇ ਵੇਲੇ ਆਪਣੇ ਪਾਵਨ ਚਰਨਾਂ ਦੀ ਪਾਹੁਲ ਰਾਜੇ ਨੂੰ ਔਰ ਇਹਦੇ ਸਮੇਤ ਜਿਤਨੇ ਨਗਰ ਨਿਵਾਸੀ ਸਨ ਸਭ ਨੂੰ ਪਾਤਸ਼ਾਹ ਨੇ ਆਪਣੀ ਪਵਿੱਤਰ ਚਰਨਾਂ ਦੀ ਚਰਨ ਪਾਹੁਲ ਬਖਸ਼ੀ ਹੈ। ਖਾਲਸਾ ਜੀ, ਸਿੱਖੀ ਧਾਰਨ ਕਰਨ ਦੀ ਇਹ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਨੇ ਬੱਧੀ ਸੀ। ਆਪ ਨੇ ਕਿਹਾ ਕਿਸੇ ਨੂੰ ਸਿੱਖ ਹੋਵੋ, ਜਦੋਂ ਆਪ ਕਿਸੇ ਨੇ ਆ ਕੇ ਆਖਿਆ ਮਹਾਰਾਜ ਸਾਨੂੰ ਸਿੱਖ ਬਣਾਓ, ਤਾਂ ਮੇਰੇ ਪਾਤਸ਼ਾਹ ਨੇ ਆਪਣੀ ਚਰਨ ਪੋਲ ਬਖਸ਼ਣੀ ਔਰ ਸਿੱਖੀ ਇਹਨਾਂ ਨੂੰ ਧਾਰਨ ਕਰਵਾਉਣੀ। ਪਾਤਸ਼ਾਹ ਨੇ ਆਪਣੇ ਚਰਨਾਂ ਦੀ ਪੌਲ ਇਹਨਾਂ ਨੂੰ ਬਖਸ਼ਿਸ਼ ਕੀਤੀ। ਉਪਦੇਸ਼ ਦਿਓ ਭਜੀਏ ਹਰ ਕੋ, ਔਰ ਉਪਦੇਸ਼ ਦਿੱਤਾ ਕਿ ਹੇ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਘਰ ਦਾ ਭਜਨ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ। ਉਪਦੇਸ਼ ਕੀ ਦਿੱਤਾ? ਨਾਮ ਜਪੋ, ਨਾਮ ਦੀ ਕਮਾਈ ਕਰੋ, ਵੱਧ ਤੋਂ ਵੱਧ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ, ਨਿਤ ਜਪਿਆ ਕਰੋ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਇਹ ਉਪਦੇਸ਼ ਕੱਲਾ ਉਹਨਾਂ ਮੁਨਾਫਿਕ ਦੇਸ਼ ਦੇ ਲੋਕਾਂ ਨੂੰ ਨਹੀਂ ਸੀ, ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ। ਗੁਰੂ ਪਾਤਸ਼ਾਹ ਦਾ ਆਖਿਆ ਕਰਤਾਰ ਦਾ ਭਜਨ ਕਰਿਆ ਕਰੋ, ਜਪਿਆ ਕਰੋ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਕਰਤਾਰ ਦਾ ਭਜਨ ਕਰੋ, ਮਹਾਰਾਜ ਜੀ ਫਰਮਾਉਂਦੇ ਹਨ। ਸਤ ਸੰਗਤ ਪ੍ਰੇਮ ਕਰੋ ਉਰ ਕੋ, ਦੂਜਾ ਪਹਿਲਾ ਬਚਨ ਕਿਹਾ ਭਜਨ ਕਰੋ, ਨਾਮ ਜਪੋ। ਦੂਜਾ ਬਚਨ ਕਿਹਾ ਸਤ ਸੰਗਤ ਕਰੋ, ਸੰਗਤ ਜ਼ਰੂਰ ਕਰਨੀ ਹੈ ਰੋਜ਼। ਰਹਿਤਨਾਮਿਆਂ ਦੇ ਬਚਨ ਨੇ ਗੁਰੂ ਕਾ ਸਿੱਖ ਦੋ ਵੇਲੇ ਗੁਰੂ ਕੇ ਦਰਸ਼ਨ ਕਰੇ, ਗੁਰੂ ਕੀ ਸੰਗਤ ਕਰੇ। ਦੋ ਵੇਲੇ, ਸੁਬਾਹ ਔਰ ਸ਼ਾਮ ਨੂੰ। ਮਹਾਂਪੁਰਸ਼ ਕਹਿੰਦੇ ਆ ਦੋ ਵੇਲੇ ਨਾ ਆ ਸਕੇ ਤਾਂ ਇੱਕ ਵਕਤ ਜ਼ਰੂਰ ਚੁਣ ਔਰ ਆ ਕੇ ਗੁਰੂ ਕੇ ਦਰਸ਼ਨ ਕਰ, ਗੁਰੂ ਕੀ ਸੰਗਤ ਕਰ, ਜੇ ਭਲਾ ਚਾਹੁਣਾ। ਮਹਾਰਾਜ ਜੀ ਇਹਨਾਂ ਨੂੰ ਵੀ ਕਹਿੰਦੇ ਜਿੱਥੇ ਨਾਮ ਜਪਣਾ ਉੱਥੇ ਰੋਜ਼ ਸਤਸੰਗ ਕਰਨਾ, ਸਤ ਸੰਗਤ ਕਰਨੀ। ਜਿਨ੍ਹਾਂ ਨੇ ਕਦੇ ਸਤਸੰਗ ਬਾਰੇ ਸੁਣਿਆ ਹੀ ਨਹੀਂ ਸੀ, ਹੁਣ ਉਹ ਮਹਾਰਾਜ ਜੀ ਦੇ ਬਚਨ ਸੁਣ ਕੇ ਕਹਿੰਦੇ ਅਸੀਂ ਮਹਾਰਾਜ ਜੀ ਸਤ ਸੰਗਤ ਕਰਿਆ ਕਰਾਂਗੇ। ਦੋਵੇਂ ਵੇਲੇ ਸਤ ਸੰਗਤ ਕਰਨੀ ਹੈ। ਇਸ਼ਨਾਨ ਕਰੋ ਇੱਕ ਜਾਮ ਨਿਸਾ, ਤੀਜਾ ਬਚਨ ਕਿਹਾ, ਪਹਿਲਾ ਬਚਨ ਕਿਹਾ ਨਾਮ ਜਪਣਾ, ਦੂਜਾ ਬਚਨ ਸਤਿਗੁਰਾਂ ਨੇ ਕੀਤਾ ਸਤ ਸੰਗਤ ਕਰਨੀ ਹੈ, ਤੀਜਾ ਬਚਨ ਕੀਤਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ। ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ, ਇੱਕ ਪਹਿਰ ਰਾਤ, ਸਵਾ ਪਹਿਰ ਰਾਤ ਉੱਠਣ ਦਾ ਹੁਕਮ ਹੈ। ਪਹਿਰ ਰਾਤ ਪਹਿਲਾਂ ਉੱਠ ਜੇ, ਸਵਾ ਪਹਿਰ ਰਾਤ ਪਹਿਲਾਂ ਉੱਠ ਜੇ। ਪਹਿਰ ਦਾ ਇੱਕ 3 ਘੰਟਿਆਂ ਦਾ ਇੱਕ ਪਹਿਰ ਹੁੰਦਾ। ਸੂਰਜ ਜਿੰਨੇ ਵਜੇ ਚੜ੍ਹਦਾ, ਲੋ ਲੱਗਦੀ ਹੈ ਜਿੰਨੇ ਵਜੇ, ਉਸ ਲੋ ਸੂਰਜ ਦੀ ਕਿਰਨ ਜਦੋਂ ਜ਼ਮੀਨ ਤੇ ਪਵੇ ਉਸ ਤੋਂ 3 ਘੰਟੇ ਪਿੱਛੇ ਚਲੇ ਜਾਓ।
ਮੌਸਮ ਦੇ ਮੁਤਾਬਕ। ਉਹ ਹੁੰਦਾ ਪਹਿਰ, ਇੱਕ ਪਹਿਰ ਪਹਿਲਾਂ ਉੱਠਣਾ। ਥੋੜਾ ਸਮਾਂ ਹੋਰ ਘੰਟਾ ਕੁ ਪਹਿਲਾਂ ਉੱਠ ਜਾਓ, 4 ਕੁ ਘੰਟੇ ਪਹਿਲਾਂ ਉਹ ਸਵਾ ਪਹਿਰ ਹੋ ਗਿਆ। ਇੱਦਾਂ ਇਹ ਪੈਮਾਨਾ ਹੈ। ਅੱਜ ਕੱਲ੍ਹ ਜਿਵੇਂ ਮੰਨ ਲਓ ਵੀ 6:30 ਜਾਂ 6:15 ਲੋ ਲੱਗਦੀ ਹੈ, ਉਹਦੇ ਤੋਂ 3 ਘੰਟੇ ਪਿੱਛੇ ਚਲੇ ਜਾਓ, 2:15 3 ਵਜੇ ਪਹਿਰ ਰਾਤ ਹੋ ਗਈ, ਤੇ ਸਵਾ ਪਹਿਰ ਹੋ ਗਿਆ 2 ਵਜੇ। ਤੋ ਇਉਂ ਇਹ ਮਹਾਂਪੁਰਸ਼ ਦੱਸਦੇ ਆ ਸਮਾਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਪਹਿਰ ਰਾਤ ਰਹਿੰਦੇ ਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ ਹੈ। ਮਿਲ ਕੀਰਤ ਕੋ ਕਰ ਲਿਓ ਰਸਾ। ਔਰ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨੀ, ਅਕਾਲ ਪੁਰਖ ਦੀ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨਾ ਹੈ। ਧਰਮਸਾਲ ਵਿਸਾਲ ਭਲੀ ਕਰੀਏ। ਫਿਰ ਬਚਨ ਕੀਤਾ ਕਿ ਨਗਰ ਵਿੱਚ ਧਰਮਸ਼ਾਲਾ ਬਣਾਓ। ਧਰਮਸ਼ਾਲਾ ਪਹਿਲਾਂ ਕਿਹਾ ਜਾਂਦਾ ਸੀ ਗੁਰਦੁਆਰੇ ਨੂੰ। ਗੁਰਦੁਆਰਾ ਸ਼ਬਦ ਮਹਾਰਾਜ ਪੰਜਵੇਂ ਪਾਤਸ਼ਾਹ ਤੋਂ ਬਾਅਦ ਪ੍ਰਚਲਿਤ ਹੋਇਆ। ਪਹਿਲਾਂ ਧਰਮਸ਼ਾਲ ਹੀ ਕਹਿੰਦੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਘਰ ਘਰ ਅੰਦਰ ਧਰਮਸਾਲ ਹੋਆ ਕੀਰਤਨ ਸਦਾ ਵਸੋਆ। ਵੀ ਘਰ ਘਰ ਵਿੱਚ ਧਰਮਸ਼ਾਲ। ਗੁਰੂ ਨਾਨਕ ਸਾਹਿਬ ਜਿਹੜੇ ਨਗਰ 'ਚ ਗਏ ਉੱਥੇ ਧਰਮਸ਼ਾਲਾ ਬਣੀ। ਤੇ ਫਿਰ ਇਦਾਂ ਕਹਿੰਦੇ ਮਹਾਂਪੁਰਸ਼ ਵੀ ਘਰ ਘਰ 'ਚ ਹੀ ਧਰਮਸ਼ਾਲਾ ਹੋ ਗਈ। ਤੁਸੀਂ ਆਖੋਗੇ ਵੀ ਘਰ ਘਰ 'ਚ ਧਰਮਸ਼ਾਲ ਕਿਵੇਂ ਹੋ ਗਈ? ਆਹ ਘਰਾਂ ਦੇ ਵਿੱਚ ਟੀਵੀ ਦੇ ਮਾਧਿਅਮ ਰਾਹੀਂ ਕਿਤੋਂ ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ ਹੈ, ਕਿਤੇ ਆਨੰਦਪੁਰ ਸਾਹਿਬ ਤੋਂ ਆ ਰਿਹਾ, ਕਿਤੇ ਕਥਾ ਚੱਲ ਰਹੀ ਹੈ, ਕਿਤੇ ਕੀਰਤਨ ਚੱਲ ਰਿਹਾ। ਇਹ ਵੀ ਤਾਂ ਘਰ ਘਰ ਵਿੱਚ ਧਰਮਸ਼ਾਲ ਹੀ ਹੋ ਗਈ ਨਾ, ਜਿੱਥੇ ਹਰੀ ਪਰਮੇਸ਼ਰ ਦਾ ਕੀਰਤਨ ਹੋ ਰਿਹਾ। ਜਿਹੜੇ ਸਰੀਰ ਕਰਕੇ ਨਹੀਂ ਆ ਸਕਦੇ ਉੱਥੇ ਘਰਾਂ 'ਚ ਆਨੰਦ ਲੈ ਲੈਂਦੇ ਆ। ਸੋ ਸਾਹਿਬ ਜੀ ਦੀ ਹਾਂ ਗੁਰੂ ਘਰ ਵਿੱਚ ਆਉਣਾ ਜ਼ਰੂਰੀ ਹੈ। ਬਹੁਤ ਸਰੀਰ ਦੇ ਵਿੱਚ ਤਾਣ ਹੀ ਨਹੀਂ ਹੈ, ਮਜਬੂਰੀ ਹੈ, ਨਹੀਂ ਆ ਸਕਿਆ। ਪਰ ਜੇ ਪਾਤਸ਼ਾਹ ਨੇ ਕਿਰਪਾ ਕੀਤੀ, ਤੰਦਰੁਸਤੀ ਬਖਸ਼ੀ ਆ, ਤਾਂ ਫਿਰ 2 ਵਕਤ ਗੁਰੂ ਕੇ ਦਰਸ਼ਨ ਜ਼ਰੂਰ ਕਰੇ, ਨਹੀਂ ਤਾਂ 1 ਵਕਤ। ਇੱਥੇ ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਬਣਾਓ। ਈਰਖਾ ਪਰਖਾ ਛਰ ਕੋ ਹਰੀਏ। ਮਹਾਰਾਜ ਜੀ ਕਹਿੰਦੇ ਜਿਹੜੀ ਈਰਖਾ ਹੈ ਤੇ ਫਿਰ ਪਰਖਾ ਕਹਿੰਦੇ ਨੇ ਮਨ ਦੀ ਕਠੋਰਤਾ, ਇਹਨੂੰ ਛੱਡੋ। ਈਰਖਾ, ਹਿਰਦੇ ਦੀ ਕਠੋਰਤਾ, ਤੇ ਫਿਰ ਛਲ ਤੇ ਫਰੇਬ ਦੀਆਂ ਬਿਰਤੀਆਂ, ਮਹਾਰਾਜ ਜੀ ਕਹਿੰਦੇ ਇਹਨਾਂ ਦਾ ਤਿਆਗ ਕਰੋ। ਸਤ ਸ਼ੀਲ ਸੰਤੋਖ ਛਿਮਾ ਤਰਨੀ। ਹਿਰਦੇ 'ਚ ਸਤ ਸ਼ੀਲ ਸੁਭਾਓ, ਛਿਮਾ, ਸੰਤੋਖ, ਧੀਰਜ, ਇਹ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਓ, ਹਿਰਦੇ ਵਿੱਚ ਧਾਰਨ ਕਰੋ। ਹਰ ਲੋਲਪਤਾ ਕਰੁਣਾ ਕਰਨੀ। ਔਰ ਜਿਹੜਾ ਲੋਭ ਹੈ ਉਹਨੂੰ ਛੱਡ ਕੇ ਸਭ ਤੇ ਕਰੁਣਾ ਕਰਨੀ, ਸਭ ਤੇ ਦਇਆ ਕਰਨੀ। ਲੋਭ ਨੂੰ ਛੱਡ ਕੇ ਸਭ ਦੇ ਉੱਤੇ ਕਰੁਣਾ ਤੇ ਦਇਆ ਦੀ ਬਿਰਤੀ ਰੱਖਣੀ ਹੈ। ਚੱਚ ਹੀਰ ਛੁਦਾ ਤੁਰ ਦੇ ਅਸਨਾ। ਔਰ ਜੇ ਕੋਈ ਭੁੱਖਾ ਦਿਸੇ ਉਹਨੂੰ ਭੋਜਨ ਦੇਣਾ ਹੈ। ਧਰਮਸ਼ਾਲਾ ਬਣਾਈ, ਉੱਥੇ ਲੰਗਰ ਵੀ ਚਲਾਉਣੇ ਆ। ਕੋਈ ਭੁੱਖਾ ਆਵੇ, ਹੇ ਰਾਜਾ, ਉਹਨਾਂ ਨੂੰ ਭੋਜਨ ਛਕਾਉਣਾ ਹੈ। ਨਗਨ ਨਰਕੋ ਦੀਜੀਏ ਬਸਨਾ। ਜੇ ਕੋਈ ਨਗਨ ਨਿਰਵਸਤਰ ਹੈ, ਦਇਆ ਕਰਕੇ ਉਹਨੂੰ ਵਸਤਰ ਦੇਣੇ ਹਨ। ਮਿਲ ਸੰਤਨ ਕਾਲ ਬਤੀਤ ਕਰੋ। ਔਰ ਸਤਿਪੁਰਸ਼ਾਂ ਨਾਲ ਮਿਲ ਕੇ ਉਹਨਾਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ। ਭਵ ਸਾਗਰ ਕੋ ਨਿਰਸੰਸ ਤਰੋ। ਜਦੋਂ ਇਹ ਕੰਮ ਕਰੋਗੇ ਰਾਜਾ ਨਿਰਸੰਸੇ, ਤੁਸੀਂ ਇਸ ਭਵ ਸਾਗਰ ਤੋਂ ਪਾਰ ਤਰ ਜਾਓਗੇ। ਨਿਰਸੰਦੇਹ ਤੁਹਾਡਾ ਇਸ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ। ਸੁਨ ਕੇ ਉਪਦੇਸ਼ ਸੋ ਨਾਮ ਸਬੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਉਪਦੇਸ਼ ਇਹਨਾਂ ਨੇ ਸੁਣਿਆ, ਨਾਮ ਦਾ ਉਪਦੇਸ਼ ਸਤਿਗੁਰਾਂ ਕੋਲੋਂ ਲਿਆ। ਕਰ ਬੰਦੇ ਬੰਧਨ ਕੀਨ ਤਬੇ। ਬੜੇ ਪ੍ਰੇਮ ਨਾਲ ਹੱਥ ਜੋੜ ਕੇ ਸਤਿਗੁਰਾਂ ਨੂੰ ਬੰਦਨਾ ਕਰਨ ਲੱਗੇ। ਧਰਮਸਾਲ ਰਚੀ ਤਤਕਾਲ ਤਹਾਂ। ਤਾਤਕਾਲ ਉਸੇ ਵੇਲੇ ਗੁਰੂ ਬਚਨਾਂ ਦੀ ਪਾਲਣਾ ਕਰਦਿਆਂ ਪਹਿਲਾਂ ਰਾਜੇ ਨੇ ਨਗਰ ਵਿੱਚ ਧਰਮਸ਼ਾਲਾ ਦੀ ਕਾਰ ਸੇਵਾ ਸ਼ੁਰੂ ਕੀਤੀ। ਸੋਹਣੀ ਧਰਮਸ਼ਾਲਾ ਬਣਵਾਈ। ਅਰਬਿੰਦ ਬਿਲੋਚਨ ਬੈਸ ਜਹਾਂ। ਜਦੋਂ ਧਰਮਸ਼ਾਲਾ ਬਣ ਗਈ
ਤੇ ਰਾਜੇ ਨੇ ਤੇ ਸਾਰੇ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ, ਮਹਾਰਾਜ ਜੀ ਧਰਮਸ਼ਾਲਾ ਆਪ ਜੀ ਦੇ ਚਰਨ ਪੈਣ ਨਾਲ ਪਵਿੱਤਰ ਹੋਣੀ, ਆਪ ਜੀ ਚਰਨ ਪਾਓ। ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਵਾਏ। ਉਸ ਧਰਮਸ਼ਾਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਸਣ ਲਵਾਇਆ। ਗੁਣ ਖਾਨ ਇਸੋ ਉਪਕਾਰ ਕਰਿਓ। ਉਹਨਾਂ ਦੇ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਤੇ ਐਸਾ ਪਰਉਪਕਾਰ ਕੀਤਾ। ਕਰਤਾਰ ਭਜੇ ਸਭ ਦੇਸ਼ ਤਰਿਓ। ਸਾਰਾ ਦੇਸ਼ ਜਿਹੜਾ ਜਾਣਦਾ ਹੀ ਨਹੀਂ ਸੀ ਕਰਤਾਰ ਬਾਰੇ, ਜਦੋਂ ਕਿਹਾ ਕਰਤਾਰ ਦਾ ਭਜਨ ਕਰੋ ਤੇ ਕਹਿੰਦੇ ਉਹ ਕਿਹੜਾ ਕਰਤਾਰ ਹੈ ਜੀ, ਕਿੱਥੇ ਰਹਿੰਦਾ ਹੈ ਜੀ, ਕਿਹਦਾ ਪੁੱਤਰ ਹੈ, ਕਿਹਦਾ ਭਰਾ ਹੈ, ਕਿਹੜੇ ਪਿੰਡ 'ਚ ਰਹਿੰਦਾ। ਉਹ ਲੋਕ ਹੁਣ ਉਸ ਕਰਤਾਰ ਦਾ ਭਜਨ ਕਰਨ ਲੱਗ ਪਏ। ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਉਹਨਾਂ ਅੰਦਰ ਵੀ ਰੱਬ ਨੂੰ ਮਿਲਣ ਦੀ ਲਟਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਾ ਦਿੱਤੀ। ਦਿਨ ਕੇਤਕ ਸ਼੍ਰੀ ਗੁਰਦੇਸ਼ ਤਿਸੀ। ਕੁਝ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸੇ ਦੇਸ਼ ਵਿੱਚ ਰਹੇ। ਨਰ ਕੀਨ ਉਦਾਰ ਰਹੇ ਸੋ ਜਸੀ। ਅਨੇਕਾਂ ਜੀਵਾਂ ਦਾ ਉਧਾਰ ਕੀਤਾ, ਸਤਿਗੁਰਾਂ ਦਾ ਜਸ ਸਾਰੇ ਪਾਸੇ ਫੈਲਿਆ। ਚਿਤਪਾਲ ਪ੍ਰਜਾ ਸਭ ਆਵਤੇ। ਜਿਹੜਾ ਰਾਜਾ ਤੇ ਨਾਲ ਉਹਦੀ ਪ੍ਰਜਾ ਸਭ ਸਤਿਗੁਰਾਂ ਦੇ ਦਰਸ਼ਨਾਂ ਨੂੰ ਧਰਮਸ਼ਾਲਾ ਚ ਆਉਂਦੇ। ਸਵੇਰੇ ਸ਼ਾਮ ਮਹਾਰਾਜ ਜੀ ਨੇ ਕਥਾ ਕੀਰਤਨ ਦੇ ਪ੍ਰਵਾਹ ਦੀ ਮਰਿਆਦਾ ਚਲਾ ਦਿੱਤੀ। ਪਗ ਬੰਧਨ ਕੈ ਸੁਖ ਪਾਵਤੇ। ਆ ਕੇ ਗੁਰੂ ਚਰਨਾਂ 'ਚ ਬੰਦਨਾ ਕਰਕੇ ਸੁਖ ਪਾਉਂਦੇ ਹਨ। ਸੁਨ ਸ਼੍ਰੀ ਮੁਖ ਤੇ ਸੁਖਵੰਤ ਗਿਰਾ। ਸੁਖ ਦੇਣ ਵਾਲੀ ਬਾਣੀ ਸਤਿਗੁਰਾਂ ਦੇ ਮੁਖੋਂ ਸੁਣਦੇ ਭਾਈ ਮਰਦਾਨਾ ਜੀ ਕੀਰਤਨ ਕਰਦੇ। ਸਭ ਕੋ ਉਰ ਪ੍ਰੇਮ ਕੇ ਸੰਗ ਪਰਾ। ਸਾਰਿਆਂ ਦੇ ਹਿਰਦਿਆਂ ਵਿੱਚ ਸਤਿਗੁਰਾਂ ਨੇ ਪਰਮੇਸ਼ਰ ਦਾ ਪ੍ਰੇਮ ਭਰ ਦਿੱਤਾ, ਅਕਾਲ ਪੁਰਖ ਦਾ ਪ੍ਰੇਮ ਭਰ ਦਿੱਤਾ। ਸਿਮਰੇ ਹਰ ਨਾਮੇ ਪ੍ਰੀਤ ਕਰੇ। ਸਾਰੇ ਸਿਮਰਨ ਕਰਨ ਲੱਗੇ, ਪਰਮੇਸ਼ਰ ਦਾ ਭਜਨ ਕਰਨ ਲੱਗੇ। ਮਿਲ ਆਪਸ ਮੈਂ ਬੋ ਪਾਉ ਤਰੇ। ਹੁਣ ਆਪਸ ਵਿੱਚ ਵੀ ਬੜਾ ਪ੍ਰੇਮ ਕਰਦੇ, ਪਰਮੇਸ਼ਰ ਦਾ ਭਜਨ ਕਰਕੇ ਹੁਣ ਆਪਸ ਵਿੱਚ ਗੁਰਸਿੱਖੀ ਦੀ ਸਾਂਝ ਬਣ ਗਈ ਸਾਰਿਆਂ ਦੀ। ਆਪਸ ਵਿੱਚ ਆਪੋ 'ਚ ਬੜਾ ਪ੍ਰੇਮ ਭਾਵ ਇਹਨਾਂ ਦੇ ਵਰਤ ਗਿਆ। ਜਿਹੜੇ ਜ਼ਿਮੀਂਦਾਰ ਦੇ ਖੇਤ ਵਿੱਚ ਸਭ ਤੋਂ ਪਹਿਲਾਂ ਪਾਤਸ਼ਾਹ ਆਏ ਸਨ, ਜਿਹਨੇ ਸਭ ਤੋਂ ਪਹਿਲਾਂ ਗੁਰੂ ਬਚਨ ਪਾਲੇ ਸਨ, ਉਹਨੇ ਕਿਹਾ ਸੀ ਕਰਤਾਰ ਨੂੰ ਕਿਵੇਂ ਜਾਣੀਦਾ, ਤੇ ਮਹਾਰਾਜ ਜੀ ਨੇ ਕਿਹਾ ਕੁਦਰਤ ਨਾਲ ਜਾਣੀਦਾ। ਜਦੋਂ ਕੁਝ ਸਮਾਂ ਬੀਤ ਗਿਆ, ਫਸਲ ਵੀ ਹਰੀ ਭਰੀ ਹੋ ਗਈ, ਵੱਡੀ ਪੱਕਣ ਦੇ ਕਿਨਾਰੇ ਆ ਗਈ। ਕਾਫੀ ਸਮਾਂ ਮਹਾਰਾਜ ਜੀ ਇੱਥੇ ਰਹੇ। ਉਹ ਇੱਕ ਦਿਨ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਕਿਹਾ ਸੀ ਵੀ ਕੁਦਰਤ ਨਾਲ ਜਾਣਿਆ ਜਾਂਦਾ, ਤੇ ਕਿਰਪਾ ਕਰਕੇ ਕੁਦਰਤ ਦੇ ਦਰਸ਼ਨ ਕਰਾਓ ਵੀ ਇਹ ਕੁਦਰਤ ਕੀ ਹੁੰਦੀ ਹੈ। ਤੇ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕੁਦਰਤ ਦੇ ਦਰਸ਼ਨ ਕਰਾ ਰਹੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਜ਼ੋਈ ਕਰਨੀ ਗੁਰੂ ਚਰਨਾਂ 'ਚ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ, ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋ ਨ ਗਰਭ ਨ ਆਇਓ, ਫਿਰ ਸੰਕਟ ਜੋ ਨ ਗਰਭ ਨ ਆਇਓ, ਸੰਕਟ ਜੋ ਨ ਗਰਭ ਨ ਆਇਓ, ਫਿਰ ਸੰਕਟ ਜੋ ਨ ਗਰਭ ਨ ਆਇਓ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਸੁਖ ਪੰਜਨ ਗੁਣ ਤਾ
ਰਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਤ ਹੇ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਤ ਹੇ ਅਪਰੰਪਰ ਹਰ ਹਰੇ ਪੀਓ ਅਣਿਹਾਰ ਹੇ ਸੰਤਹ ਕੈ ਸਦਾ ਸੰਗ ਆਧਾਰ ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖੋਈ ਐ ਪਰੋਇ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।